दोस्तों सत श्री अकाल। तुसीं देख रहे हो ASP TV। मैं जगसीर सिंह संधू हाज़र हाँ प्रोग्राम घुंतरी लाइव लैके। आपां पिछले प्रोग्राम दे विच चर्चा कीती सीगी जे आपां कह सकते हैं भी साका दरबार साहब तो बाद दी सिख सियासत दे उपर और 1999 दियां लोक सभा चोणां दे दौरान किस तरह कैंडीडेट जिहड़े है उन्हां नूं टिकटां मिलियां, किस तरह दा मतलब उस समय अकाली दल की बनतर सीगी। तो ये गल भी सामने आई हैगी भी उस समय जिहड़ा अकाली दल दे विच फुट दा बीज है वो इलैक्शन तो पहले ही बीजा जा चुकिया सीगा। सो ये सारी गलबात अपने नाल कर रहे ने मैंबर पार्लीमेंट उस समय जिहड़े जिते सीगे संगरूर तो राजदेव सिंह खालसा, जिहड़े कि सिख कौम की एक उगी शख्सीयत है तो जिन्हां ने उस समय जिन्होंने असीं खाड़कूबाद का दौर कह रहे हैं, उस समय अणगिणत जिहड़े खाड़कू ਸਿੰਘਾਂ ਦੇ केस है लड़े है। उस समय जेलों के विच जदों अदालतां लगदियां हुंदियां सी तां जेलों के विच अदालतां ये खाड़कूआं दे केस भुगतण लई जांदे ते बहुत सारे तकरीबन पंजाब के सारे खाड़कू जिहड़े कि उस समय जेलों के विच बंद सन वो इन्हां दे संपर्क 'च सन। सो उस समय की राजनीति नूं पूरी तरह नेड़ियों देखिया होया हैगा। अज फिर दुबारे अपने नाल शामिल होए नेगे। सो सब तो पहलां तुहाडा वाहिगुरू जी का धन्यवाद है जी। खालसा वाहिगुरू जी की फतेह। तुसीं सानूं समां दे रहे होगे लगातार, क्योंकि वो एक बहुत बड़ा एपीसोड है जिहड़ा पिछले समय दौरान असी दर्शकों नूं, क्योंकि नवें दर्शकों नूं उहदे बारे बहुता पता नहीं है जी। इहदे बारे जिहड़ा वो एक इतिहास हैगा, वो एक ज्ञान तुहाडे कोले पूरा उस इतिहास दे तुसीं चश्मदीद गवाहांगे। सो आपां गल पिछले एपीसोड दे विच छड्डी सीगी भी इलैक्शन तक आ गए सीगे तो ये नवंबर ਦੇ ਵਿੱਚ ਇਲੈਕਸ਼ਨ ਹੋਈ ਸੀ ਸ਼ਾਇਦ ਜੀ। ਹਾਂਜੀ 26 ਨਵੰਬਰ 1999 ਨੂੰ ਚੋਣ ਹੋਈ ਸੀ। 28 ਨਵੰਬਰ 1999 ਨੂੰ ਇਸ ਦੇ ਨਤੀਜੇ ਘੋਸ਼ਿਤ ਹੋਏ ਸੀ। ਹਾਂ, ਫਿਰ ਇਹਦੇ ਵਿੱਚ ਕੌਣ ਜੇਤੂ ਹੋਏ ਜੀ? ਉਹਦੇ 'ਚ ਦੇਖੋ ਜੀ ਜੇਤੂ ਜੇ ਮੈਂ ਸੀਟ ਵਾਈਜ਼ ਗੱਲ ਕਰਾਂ, ਅੰਮ੍ਰਿਤਸਰ ਤੋਂ ਜਨਤਾ ਦਲ ਦੇ ਸਰਦਾਰ ਕਿਰਪਾਲ ਸਿੰਘ ਹੋਏ ਜੀ। ਗੁਰਦਾਸਪੁਰ ਤੋਂ ਕਾਂਗਰਸ ਦੀ ਬੀਬੀ ਸੁਖਵੰਸ਼ ਕੌਰ ਭਿੰਡਰ ਹੋਈ ਜੀ। ਹੁਸ਼ਿਆਰਪੁਰ ਤੋਂ ਕਾਂਗਰਸ ਦੇ ਕਮਲ ਚੌਧਰੀ ਹੋਏ ਜੀ। ਤੇ ਫਲੌਰ ਸੀਟ ਤੋਂ ਸਰਦਾਰ ਹਰਭਜਨ ਸਿੰਘ ਲਾਠਾ ਬਹੁਜਨ ਸਮਾਜ ਪਾਰਟੀ ਦੇ ਹੋਏ ਤੇ ਜਲੰਧਰ ਸੀਟ ਤੋਂ ਇੰਦਰ ਕੁਮਾਰ ਗੁਜਰਾਲ ਜਨਤਾ ਦਲ ਦੇ ਹੋਏ ਤੇ ਲੁਧਿਆਣੇ ਤੋਂ ਬੀਬੀ ਰਜਿੰਦਰ ਕੌਰ ਬੁਲਾਰਾ ਉਹ ਜਿਹੜੇ ਸੀ ਪੰਥਕ ਉਮੀਦਵਾਰ ਸੀ ਉਹ ਹੋਏ ਤੇ ਰੋਪੜ ਤੋਂ ਬੀਬੀ ਬਿਮਲ ਕੌਰ ਖਾਲਸਾ ਪੰਥਕ ਉਮੀਦਵਾਰ ਸੀ ਜੇ ਉਹ ਜੇਤੂ ਹੋਏ ਤੇ ਫਿਰੋਜ਼ਪੁਰ ਤੋਂ ਸਰਦਾਰ ਧਿਆਨ ਸਿੰਘ ਮੰਡ ਜਿਹੜੇ ਪੰਥਕ ਉਮੀਦਵਾਰ ਸੀ ਉਹ ਹੋਏ। ਫਰੀਦਕੋਟ ਤੋਂ ਜਥੇਦਾਰ ਜਗਦੇਵ ਸਿੰਘ ਖੁੜੀਆ ਇਹ ਜਿਹੜੇ ਸੀ ਪੰਥਕ ਉਮੀਦਵਾਰ ਸੀ, ਬਾਬਾ ਜੀ ਦੇ ਉਮੀਦਵਾਰ ਸੀ ਜੇ। ਇਹ ਉੱਥੋਂ ਹੋਏ ਬਠਿੰਡੇ ਤੋਂ ਬਾਬਾ ਸੁੱਚਾ ਸਿੰਘ ਮਲੋਆ, ਬਹੁਤ ਵੱਡੀ ਹਸਤੀ ਸੀ, ਸ਼ਹੀਦੇ ਆਜ਼ਮ ਸਰਦਾਰ ਬੇਅੰਤ ਸਿੰਘ ਦੇ ਪਿਤਾ ਸੀ ਤੇ ਇਹ ਬਠਿੰਡਾ ਸੀਟ ਤੋਂ ਉਹ ਜੇਤੂ ਹੋਏ ਤੇ ਸੰਗਰੂਰ ਸੀਟ ਤੋਂ ਮੈਂ ਜੇਤੂ ਹੋਇਆ ਤੇ ਪਟਿਆਲਾ ਸੀਟ ਤੋਂ ਸਰਦਾਰ ਰਤਿੰਦਰਪਾਲ ਸਿੰਘ ਉਹ ਜੇਤੂ ਹੋਏ। ਇਹ ਜਿਹੜੀਆਂ 13 ਸੀਟਾਂ ਤੇ ਅੰਮ੍ਰਿਤਸਰ ਤਰਨਤਾਰਨ ਸੀਟ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਤਰਨਤਾਰਨ ਸੀਟ ਤੋਂ ਜਿਹੜੇ ਸੀ ਉਹ ਜੇਤੂ ਜੀ। ਜੀ ਇਹਦੇ 'ਚ ਤੁਸੀਂ ਜਿਹੜੀ ਗੱਲ ਕੀਤੀ ਹੈਗੀ ਉਸ ਸਮੇਂ ਜਿਹੜੀ ਫੁੱਟ ਦੀ ਗੱਲ ਕਰਦੇ ਹਾਂ ਵੀ ਇਹ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਸੀਗੀ ਤੇ ਉਹਦੇ ਵਿੱਚੋਂ ਫਿਰ ਜੇ ਆਪਾਂ ਮਸਲਨ ਗੱਲ ਕਰੀਏ ਤਾਂ ਬਾਬਾ ਜੀ ਨਾਲ ਕਿੰਨੇ ਬੰਦੇ ਸੀਗੇ ਇਹਦੇ ਵਿੱਚੋਂ ਤੇ ਜਿਹੜਾ ਦੂਸਰੇ ਪਾਸੇ ਗਰੁੱਪ ਸੀ ਉਹਦੇ 'ਚ ਕਿੰਨੇ ਚਲੇ ਗਏ? ਦੇਖੋ ਉਸ ਸਮੇਂ ਜਦੋਂ ਬਾਬਾ ਜੀ ਨੇ 6 ਦਸੰਬਰ 1999 ਨੂੰ ਜੀ ਇਹ 28 ਨਵੰਬਰ 1999 ਨੂੰ ਇਹ ਜਿਹੜੇ ਸੀ ਜੇ ਨਤੀਜੇ ਘੋਸ਼ਿਤ ਹੋ ਗਏ ਜੀ। 6 ਦਸੰਬਰ 1999 ਨੂੰ ਮੰਜੀ ਸਾਹਿਬ ਦੇ ਦੀਵਾਨ ਸਥਾਨ 'ਤੇ ਇੱਕ ਦੀਵਾਨ ਰੱਖਿਆ ਗਿਆ ਜੀ ਜੀ। ਉਸ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕ ਕੇ ਅਕਾਲ ਤਖ਼ਤ ਸਾਹਿਬ ਮੱਥਾ ਟੇਕ ਕੇ ਉਹ ਚਾਬੀਆਂ ਜਿਹੜੀਆਂ ਸੀਗੀਆਂ ਗੱਡੀ ਦੀਆਂ ਜੀ ਤੇ ਦਫ਼ਤਰ ਦੀਆਂ ਜੀ ਇਹ ਦੋਨੇ ਚਾਬੀਆਂ ਬਾਬਾ ਜੋਗਿੰਦਰ ਸਿੰਘ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀਆਂ, ਸੌਂਪਤੀਆਂ ਉੱਥੇ ਸੌਂਪਤੀਆਂ ਜੀ। ਇਹਦੇ ਲਈ ਉਸ ਸਮੇਂ ਜਿਹੜਾ ਹੈ ਬਈ ਕਿੰਨੇ ਬਾਬਾ ਜੀ ਨਾਲ ਰਹੇ ਜਾਂ ਕਿੰਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਰਹੇ ਉਹ ਗੱਲ ਤਾਂ ਪੈਦਾ ਨਹੀਂ ਹੁੰਦੀ ਸੀ ਜੀ ਜੀ। ਜਦੋਂ ਬਾਬਾ ਜੀ ਨੇ ਸਾਰੀ ਸਰਦਾਰੀ ਪ੍ਰਧਾਨਗੀ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਸੀ ਤੇ ਉਸ ਸਮੇਂ ਬੰਦਿਆਂ ਦਾ ਤਾਂ ਕੋਈ ਨਹੀਂ ਸੀ, ਪਰੰਤੂ ਉਹ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਪਹਿਲੀ ਮੀਟਿੰਗ ਦੇ ਵਿੱਚ ਮੈਂ ਇਹ ਗੱਲ ਉਠਾਈ ਸੀ
ਕਿ ਮੈਂ ਮੈਂਬਰ ਸੀ ਕੋਰ ਕਮੇਟੀ ਦਾ, ਜਿਹਨੂੰ ਵਰਕਿੰਗ ਕਮੇਟੀ ਕਹਿੰਦੇ ਆ, ਉਹਦੇ ਵਿੱਚ ਉਠਾਈ ਸੀ ਕਿ ਬਾਬਾ ਜੋਗਿੰਦਰ ਸਿੰਘ ਨੇ ਸਾਰੀ ਲੜਾਈ ਲੜੀ ਹੈ। ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਬਾਬਾ ਜੋਗਿੰਦਰ ਸਿੰਘ ਤੋਂ ਹਮੇਸ਼ਾ ਜਿਹੜੀ ਰਾਏ ਲੈਂਦੇ ਰਹਿਣ, ਸਲਾਹ ਲੈਂਦੇ ਰਹਿਣ ਜੀ। ਉਹ ਬਾਬਾ ਇਹ ਕੌਮ ਨੇ ਜੀ, ਤੇ ਬਾਬਾ ਇਹ ਕੌਮ ਕਰਕੇ ਉਹਨਾਂ ਦੀ ਕੌਮ ਲਈ ਬੜੀ ਵੱਡੀ ਕੁਰਬਾਨੀ ਹੈ ਜੀ, ਤੇ ਬਾਬਾ ਜੋਗਿੰਦਰ ਸਿੰਘ ਦੀ ਸਲਾਹ ਨਾਲ ਇਹ ਕੰਮ ਚਲਾਇਆ ਜਾਵੇ ਜੀ, ਤੇ ਇਸ ਤੇ ਦੂਸਰੇ ਬੰਦੇ ਉਹਨਾਂ ਨੂੰ ਸਰਪ੍ਰਸਤ ਬਣਾਇਆ ਜਾਵੇ ਅਕਾਲੀ ਦਲ ਦਾ ਜੀ। ਇਸ ਤੇ ਦੂਜੇ ਆਦਮੀਆਂ ਨੇ ਉਹ ਜਿਹੜੀ ਪਹਿਲੀ ਤੁਸੀਂ ਕਹਿੰਦੇ ਹੋ ਟਾਊਨ ਕਿਹਦੇ ਨਾਲ ਹੈ, ਟਾਊਨ ਚ ਤਾਂ ਉੱਥੇ ਪਤਾ ਲੱਗਿਆ ਜੀ। ਤੇ ਜਦੋਂ ਮੇਰੀ ਇਸ ਗੱਲ ਦੀ ਜਿਹੜੇ ਉਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੂਰੇ ਪੱਖੀ ਹੋ ਗਏ ਸੀ, ਉਹਨਾਂ ਨੇ ਵਿਰੋਧਤਾ ਕਰੀ ਜੀ ਜੀ ਬਈ ਜੀ ਬਾਬਾ ਜੀ ਨਹੀਂ ਬਣਨੇ ਚਾਹੀਦੇ, ਉਹਨਾਂ ਨੂੰ ਤਾਂ ਰਿਟਾਇਰ ਹੋ ਜਾਣਾ ਚਾਹੀਦਾ, ਉਹਨਾਂ ਨੂੰ ਤਾਂ ਰਿਟਾਇਰ ਹੋ ਜਾਣਾ ਚਾਹੀਦਾ, ਉਹ ਬਜ਼ੁਰਗ ਨੇ। ਮੈਂ ਉੱਥੇ ਗੱਲ ਇਹ ਕਹੀ ਸੀ ਵੀ ਜਦੋਂ ਬਾਬਾ ਜੀ ਨੇ ਕਮਾਨ ਸੰਭਾਲੀ ਉਦੋਂ ਹੀ ਬਜ਼ੁਰਗ ਸੀ ਜੀ। ਬਾਬਾ ਜੀ ਉਦੋਂ ਕਿਹੜਾ ਨੌਜਵਾਨ ਸੀ ਜਦੋਂ ਉਹਨਾਂ ਨੇ ਕਮਾਨ ਸੰਭਾਲ ਲਈ 85 ਦੇ ਵਿੱਚ, ਤੇ 85 ਦਾ ਤੇ ਇਹ 99 ਦਾ ਤਾਂ 4 ਸਾਲ ਦਾ ਫਰਕ ਹੈ ਜੀ। ਉਦੋਂ ਉਹ ਕੀ ਕਹਿੰਦੇ ਹੁੰਦੇ ਨੇ, ਉਦੋਂ ਵੀ 85 ਸਾਲ ਤੋਂ ਉੱਤੇ ਸੀ, ਫਿਰ ਉਦੋਂ ਕਿਹੜਾ ਉਹ ਨੌਜਵਾਨ ਸੀ, ਜੇ ਬਜ਼ੁਰਗ ਤਾਂ ਉਦੋਂ ਵੀ ਸੀ। ਜਿਹਨੇ ਉਸ ਸਮੇਂ ਕਮਾਨ ਸੰਭਾਲ ਲਈ ਉਸ ਨੂੰ ਇਹ ਕਹਿਣਾ ਵੀ ਬਜ਼ੁਰਗ ਹੈ, ਉਸ ਤੇ ਤਕਰਾਰ ਹੋ ਗਿਆ ਸੀ ਜੀ ਜੀ। ਉਹ ਤਕਰਾਰ ਦੇ ਵਿੱਚ ਸਪਸ਼ਟ ਲੱਗਦਾ ਸੀ ਵੀ ਕਿੰਨੇ ਬਾਬਾ ਜੀ ਨਾਲ ਹੈ ਤੇ ਕਿੰਨੇ ਉਸ ਜੀ ਜੀ, ਕਿਉਂਕਿ ਜਿਹੜਾ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ ਜੀ। ਜਦੋਂ ਉਦੋਂ ਦੇਖ ਲਿਆ ਵੀ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਕੂਮਤ ਆ ਗਈ, ਹਾਲਾਂਕਿ ਸਾਨੂੰ ਉਹਨਾਂ ਦਾ ਬੜਾ ਸਨਮਾਨ ਸੀ, ਹੋਰ ਸੀ, ਸਭ ਤੋਂ ਸੀ, ਪਰੰਤੂ ਇੱਧਰ ਬਾਬਾ ਜੀ ਚੰਨੀ ਤਾਂ ਬੰਦੇ ਗਿਣਤੀ ਦੇ ਰਹਿ ਗਏ ਸੀ ਜੀ ਜੀ। ਜਿਹੜਾ ਇਹ ਚਾਹੇ ਬਈ ਬਾਬਾ ਜੀ ਸਰਪ੍ਰਸਤ ਚਾਹੀਦੇ ਆ ਜੀ। ਸੋ ਉਸ ਸਮੇਂ ਜੇ ਆਪਾਂ ਗਿਣਤੀ ਮਿੰਤੀ ਦੀ ਗੱਲ ਕਰੀਏ ਤਾਂ ਬਾਬਾ ਜੀ ਨਾਲ ਤਾਂ ਕੋਈ ਬਹੁਤੇ ਕੁਛ ਬੰਦੇ ਰਹਿ ਗਏ ਸੀ, ਕੱਟਰ ਰਹਿ ਗਏ ਸੀ, ਤੇ ਗਿਣਤੀ ਮਿੰਤੀ ਦੇ ਹਿਸਾਬ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਇਹ ਸਾਰੇ ਹੋ ਗਏ ਸੀ। ਤੇ ਜੇ ਦੋ ਧੜਿਆਂ 'ਚ ਵੰਡੇ ਜਾਣਾ ਸੀ ਤਾਂ ਇੱਧਰ ਤਾਂ ਕਿਸੇ ਨੇ ਰਹਿਣਾ ਸੀ। ਇਸੇ ਗੱਲ 'ਤੇ ਹੀ ਜੇ ਆਪਾਂ ਉੱਥੇ ਬੋਲ ਰਹੇ ਹਾਂ, ਮੇਰਾ ਖਿਆਲ ਹੈ ਬਈ 80% ਜਿਹੜੇ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸੀ, ਤੇ 20% ਇਹ ਬਾਬਾ ਜੀ ਨਾਲ ਹੈਗੇ ਸੀ ਜੀ। ਇਹਦੇ ਵਿੱਚ ਫਿਰ ਜਦੋਂ ਸਰਦਾਰ ਮਾਨ ਨੂੰ ਤੁਹਾਡਾ ਜਿਹੜਾ ਪਾਰਲੀਮਾਨੀ ਗਰੁੱਪ ਸੀਗਾ ਉਹਦਾ ਫਿਰ ਮਤਲਬ ਐਜ ਏ ਆਗੂ ਸਾਰਿਆਂ ਨੇ ਮੰਨ ਲਿਆ, ਤੇ ਉਸ ਤੋਂ ਬਾਅਦ ਜਿਹੜੀ ਅਸਲ ਗੱਲ ਆਪਾਂ ਕਰਨੀ ਚਾਹਾਂਗੇ, ਜਿਹੜੀ ਕਿ ਮਤਲਬ ਬੜਾ ਵਾਦ ਵਿਵਾਦ ਵੀ ਬਣੀ ਰਹੀ ਹੈਗੀ, ਸਹੁੰ ਚੁੱਕਣ ਦੀ। ਕਿਉਂਕਿ 8 ਕੈਂਡੀਡੇਟ ਪੰਥ ਦੇ ਹੋਣ, 8 ਨੁਮਾਇੰਦੇ ਪੰਥ ਦੇ ਭੇਜੇ ਹੋਣ, ਤੇ ਉਹ ਪਾਰਲੀਮੈਂਟ 'ਚ ਗਏ ਹੀ ਨਹੀਂ, ਉੱਥੇ ਬਹੁਤੇ ਬੰਦਿਆਂ ਦਾ ਇਹ ਵੀ ਰਿਹਾ। ਉਹ ਕੀ ਚੱਕਰ ਰਿਹਾ ਵੀ ਜਿਹੜਾ ਸਹੁੰ ਨਾ ਚੱਕਣ ਵਾਲਾ ਮਾਮਲਾ, ਉਹਦੇ ਬਾਰੇ ਵੀ ਥੋੜ੍ਹਾ ਵਿਸਥਾਰ ਦੇ ਨਾਲ ਜੇ ਦੱਸੋਗੇ। ਦੇਖੋ, ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦਾ ਨੇਤਾ ਮੰਨ ਲਿਆ, ਉਹ ਨਹੀਂ। ਉਹ ਗੱਲ ਇਹ ਹੋਈ ਹੈ ਕਿ 1 ਨਵੰਬਰ ਨੂੰ ਜੀ ਰਾਤ ਦੇ ਵਕਤ ਇਹਨਾਂ ਦਾ ਜਹਾਜ਼ ਜਿਹੜਾ ਸੀ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਿਆ, ਜਿਹਦੇ 'ਚ ਇਹਨਾਂ ਨੂੰ ਛੱਡਿਆ ਗਿਆ, ਜਿਹਨੂੰ ਛੱਡਿਆ ਗਿਆ ਜੀ। ਉਹ ਇੱਥੇ ਇਸ ਤਰ੍ਹਾਂ ਹੋ ਗਿਆ ਕਿ 31 ਅਕਤੂਬਰ ਜਿਹੜੀ ਸੀ ਜੀ, 31 ਅਕਤੂਬਰ ਜਿਹੜੀ ਸੀ ਜੀ, ਉਹ 12 ਵਜੇ ਪੂਰੀ ਹੋ ਗਈ ਜੀ। 12 ਵਜੇ 1 ਨਵੰਬਰ ਸ਼ੁਰੂ ਹੋ ਗਿਆ ਜੀ, ਤੇ 31 ਅਕਤੂਬਰ ਨੂੰ ਹੀ ਪੰਥਕ ਪਾਰਲੀਮੈਂਟਰੀ ਪਾਰਟੀ ਦੇ ਅਹੁਦੇਦਾਰ ਚੁਣਨ ਲਈ ਮੀਟਿੰਗ ਬਾਬਾ ਜੋਗਿੰਦਰ ਸਿੰਘ ਨੇ ਇਹ ਇੱਥੇ ਅੰਮ੍ਰਿਤਸਰ ਰੱਖੀ ਹੋਈ ਸੀ ਜੀ, 31 ਅਕਤੂਬਰ ਨੂੰ। ਇਹ ਵੀ ਬੜੀ ਦਿਲਚਸਪ ਗੱਲ ਹੈ ਜੀ ਜੀ। ਉਹਦੇ 'ਚ ਬਾਬਾ ਜੀ ਨੇ ਇਹ ਗੱਲ ਕਹੀ, ਬਾਬਾ ਜੀ ਨੇ ਇਹ ਗੱਲ ਕਹੀ ਕਿ ਮੈਂ ਅੱਜ ਮੈਨੂੰ ਅਧਿਕਾਰ ਦਿੱਤੇ ਆ ਵਰਕਿੰਗ ਕਮੇਟੀ ਨੇ ਵੀ ਲੀਡਰ ਚੁਣਿਆ ਜਾਵੇ ਜੀ, ਇਹ ਪੰਥਕ ਪਾਰਲੀਮੈਂਟਰੀ ਪਾਰਟੀ ਦਾ ਜੀ। ਉੱਥੇ ਇੱਕ ਦੋ ਨੇ ਕਿਹਾ ਕਿ ਬਾਬਾ ਜੀ ਅੱਜ ਰਾਤ ਨੂੰ ਆ ਰਹੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਆ, ਉਹ ਆ ਰਹੇ ਨੇ, ਉਹ ਆਪੇ ਚੁਣ ਲੈਣਗੇ ਲੀਡਰ, ਉਹ ਪਾਰਟੀ ਦੇ ਪ੍ਰਧਾਨ ਨੇ ਜੀ। ਪਰ ਬਾਬਾ ਜੀ ਨੇ ਕਿਹਾ ਕਿ ਮੇਰੇ ਜੁਮੇ ਲਾਇਆ ਗਿਆ ਜੀ, ਉਹ ਲਾਇਆ ਵੀ ਸੀ। ਉਹਦੇ 'ਚੋਂ 3-4 ਆਵਾਜ਼ਾਂ ਸੀਗੀਆਂ ਜੀ ਜੀ। ਉੱਥੇ ਇੱਕ ਸ਼ਬਦ ਕਹਿਤਾ ਬੜਾ ਇਤਿਹਾਸ 'ਚ ਆਉਂਦਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਉਹ ਕਹਿੰਦੇ ਜੀ ਠਿਕਰੀ ਵਾਲੇ ਹੋ ਗਿਆ, ਤੁਹਾਡਾ ਹੋਰ ਹੋ ਗਿਆ, ਉਹਦਾ ਮੁੱਢ ਉੱਥੋਂ ਸ਼ੁਰੂ ਹੋਇਆ ਜੀ ਜੀ। ਸਰ ਬਾਬਾ ਜੋਗਿੰਦਰ ਸਿੰਘ ਨੇ ਇਹ ਕਿਹਾ ਕਿ ਮੈਨੂੰ ਦਾਸ ਨੂੰ ਇਹ ਸੇਵਾ ਦਿੱਤੀ ਗਈ ਹੈ ਜੀ, ਮੈਂ ਭਰੇ ਹੋਏ ਮਨ ਨਾਲ ਐਲਾਨ ਕਰਦਾ ਜੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਪਾਰਲੀਮੈਂਟਰੀ ਪਾਰਟੀ ਦੇ, ਪੰਥਕ ਪਾਰਲੀਮੈਂਟਰੀ ਪਾਰਟੀ ਦੇ ਲੀਡਰ ਹੋਣਗੇ, ਤੇ ਸਰਦਾਰ ਰਾਜਦੇਵ ਸਿੰਘ ਬਰਨਾਲਾ ਡਿਪਟੀ ਲੀਡਰ ਹੋਣਗੇ ਜੀ। ਉਹ ਕਹਿੰਦੇ ਇਸ ਲਈ ਕਿ ਮੇਰੇ ਨਾਲ ਮੇਰੀ ਡਡੌਰੀ ਬਣ ਕੇ ਸਰਦਾਰ ਰਾਜਦੇਵ ਸਿੰਘ ਚੱਲੇ, ਉਹਨਾਂ ਦੇ ਸ਼ਬਦ ਸੀ ਜੀ ਜੀ। ਮੈਂ ਸਮਝਦਾ ਕਿ ਲੀਡਰ ਇਹਨਾਂ ਨੂੰ ਹੋਣਾ ਚਾਹੀਦਾ ਸੀ
ਜੀ ਜੀ ਪੰਥਕ ਪਾਰਲੀਮੈਂਟਰੀ ਪਾਰਟੀ ਦਾ। ਜੀ ਪਰ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੈਂ ਪ੍ਰਧਾਨ ਮੰਨ ਚੁੱਕਿਆ ਪਾਰਟੀ ਦਾ, ਜੀ ਜੀ ਤੇ ਅੱਜ ਉਹ ਅੰਤਰਰਾਸ਼ਟਰੀ ਤੌਰ ਤੇ ਰਾਸ਼ਟਰੀ ਤੌਰ ਤੇ ਸਿੱਖ ਪੰਥ ਦੀ ਆਵਾਜ਼ ਨੇ, ਸਿੱਖ ਪੰਥ ਦਾ ਚਿਹਰਾ ਨੇ। ਜੀ ਜੀ ਇਹਦੇ ਲਈ ਜਿਹੜੇ ਲੀਡਰ ਉਹੀ ਹੋਣਗੇ। ਜੀ ਇਹਨਾਂ ਨੂੰ ਮੈਂ ਡਿਪਟੀ ਲੀਡਰ ਬਣਾਉਣਾ। ਜੀ ਹਾਂ, ਉਹ ਫਿਰ ਇਹਨਾਂ ਦਾ ਇਹ ਸੀ ਜਿਹੜੇ 3-4 ਆਵਾਜ਼ਾਂ ਉਲਟ ਸੀ ਵੀ ਤੁਸੀਂ ਮੀਟਿੰਗ 31 ਨੂੰ ਤਾਂ ਰੱਖੀ ਜੀ ਕਿ ਰਾਜਦੇਵ ਸਿੰਘ ਬਰਨਾਲਾ ਨੂੰ ਡਿਪਟੀ ਲੀਡਰ ਬਣਾਇਆ ਜਾ ਸਕੇ। ਜੀ ਜੀ ਬਈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਬਣਾਉਣਾ। ਜੀ ਇਹ ਗੱਲ ਬਈ ਉਹਨਾਂ ਨੇ ਕਿਹਾ ਵੀ ਮੈਂ ਇਸ ਨੂੰ ਬਣਾਉਣਾ, ਇਹਨਾਂ ਨੂੰ ਬਣਨਾ ਚਾਹੀਦਾ ਸੀ। ਇਹ ਆਵਾਜ਼ ਇੱਕ ਨੂੰ ਇਹ ਲਿੱਤਾ ਗਿਆ ਕਿ ਬਾਬਾ ਜੀ ਤਾਂ ਇਹਨਾਂ ਨਾਲੇ ਨੇ। ਜੀ ਜੀ ਜੇ ਕੱਲ ਨੂੰ ਕੋਈ ਵੀ ਪਦਵੀ ਆਊ ਤਾਂ ਬਾਬਾ ਜੋਗਿੰਦਰ ਸਿੰਘ ਇੱਧਰ ਮਤਲਬ ਉਹ ਗੱਲ ਕਰਨਗੇ। ਜੀ ਤੇ ਉਹ ਮੇਰੇ ਨਾਲ ਇਹ ਸਲਾਹ ਕਰਦੇ ਸੀ। ਤੇ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਸਿੱਖ ਪੰਥ ਦੀ। ਮੈਂ ਇੱਕ ਜਿਹੜਾ ਸਿੱਖ ਕਦੇ ਝੂਠ ਨਾ ਬੋਲਿਆ ਹੋਵੇ, ਜੀ ਹਮੇਸ਼ਾ ਸੱਚ ਬੋਲਦਾ ਹੋਵੇ, ਉਹ ਸਿਰਫ ਤੇ ਸਿਰਫ ਬਾਬਾ ਜੋਗਿੰਦਰ ਸਿੰਘ ਜੀ ਦੇਖੇ। ਜੀ ਜੇ ਪਹਿਲੇ ਵਾਰੀ ਇਹ ਬਾਦਲ ਜਾਂ ਹੋਰ ਜਿਹੜੇ ਅਸੀਂ ਆਪਣਾ ਬਰਨਾਲੇ ਹੋਰੀ ਪਾਸੇ ਹੋਏ ਤਾਂ ਉਹ ਬਾਬਾ ਜੋਗਿੰਦਰ ਸਿੰਘ ਦੇ ਕਰਕੇ ਪਾਸੇ ਹੋਏ। ਬਾਬਾ ਜੋਗਿੰਦਰ ਸਿੰਘ ਐਸੇ ਬਹਾਦਰ ਨੇਤਾ ਸੀ ਜਿਨ੍ਹਾਂ ਦਾ ਸਿੱਖ ਪੰਥ ਦੇ ਇਤਿਹਾਸ ਦੇ ਵਿੱਚ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਜੀ ਜੀ ਰਾਤ ਨੂੰ ਜਦੋਂ ਫਿਰ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਆਏ, ਉਹਨਾਂ ਨੇ ਆਉਣ ਸਾਰ ਅਜੇ ਉਹਨਾਂ ਨੂੰ ਉਹ 6 ਤਰੀਕ ਨੂੰ 6 ਦਸੰਬਰ ਨੂੰ ਚਾਬੀਆਂ ਸੌਂਪਣੀਆਂ ਸੀ। ਉਹ ਤੋਂ ਪਹਿਲਾਂ ਹੀ ਜਿਹੜੇ ਸੀ ਸੰਤ ਚੰਦ ਸਿੰਘ ਰਾਜੋ ਮਾਜਰਾ, ਜੀ ਉਹ ਜ਼ਿਲ੍ਹਾ ਸੰਗਰੂਰ ਦੇ, ਉਦੋਂ ਬਰਨਾਲਾ ਅੱਡ ਨਹੀਂ ਸੀ, ਸੰਗਰੂਰ ਦਾ ਹਿੱਸਾ ਸੀ। ਜੀ ਜੀ ਜ਼ਿਲ੍ਹਾ ਸੰਗਰੂਰ ਦੇ ਸਾਡੇ ਪ੍ਰਧਾਨ ਸੀ ਜਿਹੜੇ ਬਾਬਾ ਜੀ ਨੇ ਥਾਪੇ ਹੋਏ ਸੀ। ਜੀ ਜੀ ਉਹ ਸੰਤ ਚੰਦ ਸਿੰਘ ਰਾਜੋ ਮਾਜਰਾ ਨੂੰ ਵਰਕਿੰਗ ਕਮੇਟੀ 'ਚ ਲੈ ਲਿਆ ਜੀ ਤੇ ਪ੍ਰੋਫੈਸਰ ਸੁਖਜਿੰਦਰ ਸਿੰਘ ਜਿਹੜੇ ਹੁਣ ਸੱਚਖੰਡ ਵਾਸੀ ਨੇ, ਜੀ ਉਹਨਾਂ ਨੂੰ ਪ੍ਰਧਾਨ ਐਲਾਨ ਕਰਤਾ। ਜੀ ਉਹ ਨਾ ਮੇਰੇ ਨਾਲ ਸਲਾਹ ਕਰੀ, ਜੀ ਨਾ ਮੈਂ ਐਮਪੀ ਸੀ ਇੱਥੋਂ ਦਾ, ਜੀ ਜੀ ਨਾ ਕਿਸੇ ਤੋਂ ਪੁੱਛਿਆ। ਜੀ ਉਹ ਪਿੱਛੋਂ ਫਿਰਿਆ ਜ਼ਿਲ੍ਹਾ ਪ੍ਰਧਾਨ ਪਿੱਛੇ ਆ ਰੌਲਾ ਜਿਹੜਾ ਸੀ ਹੋਰ ਪੈਂਦਾ ਰਿਹਾ। ਉਹ 6 ਤੋਂ ਪਹਿਲਾਂ ਹੀ ਇਹ ਤਿਆਰੀ ਹੋ ਗਈ ਸੀ ਕਿ ਪਾਰਟੀ ਦੇ ਵਿੱਚ ਜਿਹੜੀ ਹੈ ਉਹ ਫੁੱਟ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਸੀ। ਜੀ ਤੇ ਇਹ ਉਸ ਤੋਂ ਪਿੱਛੋਂ ਜਿਹੜੀ ਸਹੁੰ ਚੱਕਣ ਦੀ ਗੱਲ ਹੈ ਜੀ ਬਣਾਉਂਦੇ, ਜੀ ਜਦੋਂ ਸਹੁੰ ਚੱਕਣ ਦੀ ਗੱਲ ਹੋਈ, ਬਾਬਾ ਜੋਗਿੰਦਰ ਸਿੰਘ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਾਨੂੰ ਜ਼ਰੂਰ ਜਿਹੜੀ ਹੈ ਸਹੁੰ ਚੱਕਣੀ ਚਾਹੀਦੀ। ਜੀ ਇਹ ਚੋਣ ਅਸੀਂ ਕਾਹਦੇ ਲਈ ਲੜੀ? ਜੀ ਜੇ ਚੋਣ ਲੜੀ ਤਾਂ ਪੰਥ ਨੇ ਨੁਮਾਇੰਦਗੀ ਦਿੱਤੀ ਹੈ। ਜੇ ਸਹੁੰ ਨਹੀਂ ਚੱਕਦੇ, ਇਹ ਸਾਰੀ ਕੌਮ ਦੇ ਨਾਲ ਵਿਸ਼ਵਾਸਘਾਤ ਹੈ। ਜੀ ਹਰ ਹਾਲਤ ਦੇ ਵਿੱਚ ਸਹੁੰ ਚੱਕਣੀ ਚਾਹੀਦੀ ਹੈ। ਜੀ ਜੀ ਫਿਰ ਸਰਦਾਰ ਗੁਰਤੇਜ ਸਿੰਘ IAS ਉਸ ਸਮੇਂ ਪਾਰਟੀ ਦੇ ਇਹ ਜਨਰਲ ਸਕੱਤਰ ਹੁੰਦੇ ਸੀ। ਜੀ ਇੱਕ ਮੀਟਿੰਗ ਸਰਦਾਰ ਜੋਗਿੰਦਰ ਸਿੰਘ ਮਾਨ ਦੇ ਘਰੇ ਚੰਡੀਗੜ੍ਹ ਬੁਲਾਈ, ਜੀ ਪੰਥਕ ਪਾਰਲੀਮੈਂਟਰੀ ਪਾਰਟੀ ਦੀ। ਜੀ ਉਹ ਸਰਦਾਰ ਮਾਨ ਦਾ ਹੀ ਘਰ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ। ਜੀ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਈ ਨਹੀਂ ਮੀਟਿੰਗ ਵਿੱਚ। ਜੀ ਸਰਦਾਰ ਗੁਰਤੇਜ ਸਿੰਘ ਇਹ ਉਸ ਨੂੰ ਚਲਾ ਰਹੇ ਸੀ। ਜੀ ਉੱਥੇ ਵੀ ਗੱਲ ਇਹ ਹੋਈ, ਸਰਦਾਰ ਗੁਰਤੇਜ ਸਿੰਘ ਦਾ ਵੀ ਇਹੀ ਖਿਆਲ ਸੀ ਕਿ ਸਹੁੰ ਜ਼ਰੂਰ ਚੱਕਣੀ ਚਾਹੀਦੀ ਹੈ। ਜੀ ਮੈਂ ਉੱਥੇ ਖੜਾ ਹੋ ਕੇ ਕਿਹਾ ਵੀ ਹਰ ਹਾਲਤ ਦੇ ਵਿੱਚ ਸਹੁੰ ਚੱਕਣੀ ਚਾਹੀਦੀ ਹੈ। ਜੀ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਕਹਿੰਦੇ ਸੀ ਵੀ ਸਹੁੰ ਚੱਕਣੀ ਚਾਹੀਦੀ ਹੈ। ਜੀ ਉੱਥੇ ਸਭ ਦੀ ਰਾਏ ਇਹੀ ਸੀ ਵੀ ਸਹੁੰ ਚੱਕਣੀ ਚਾਹੀਦੀ ਹੈ। ਜੀ ਤੇ ਉਸ ਦੇ ਵਿੱਚ ਸਰਦਾਰ ਧਿਆਨ ਸਿੰਘ ਮੰਡ ਉਸ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ, ਜੀ ਜਿਹੜੀ ਉਹ ਮੀਟਿੰਗ ਹੋਈ। ਤੇ ਕਿਹਾ ਵੀ ਮੈਂ ਕਿਹਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਹੈ ਉਹ ਮੀਟਿੰਗ 'ਚ ਤਾਂ ਆਉਣਾ ਚਾਹੀਦਾ। ਕਹਿੰਦੇ ਜੀ ਉਹ ਡਲਹੌਜੀ ਚਲੇ ਜੀ। ਚਲੋ ਉਹ ਗੱਲ ਦੇ ਵਿੱਚ ਸਤਿੰਦਰਪਾਲ ਸਿੰਘ ਸੀਗੇ ਜੀ ਉਹ ਮੀਟਿੰਗ? ਨਹੀਂ, ਉਹ ਤਾਂ ਜੇਲ੍ਹ 'ਚ ਸੀ। ਉਹ ਜੇਲ੍ਹ 'ਚ ਸੀ, ਉਹ ਬਾਅਦ 'ਚ ਛੁੱਟੇ ਨੇ ਫਿਰ? ਹਾਂ, ਉਹ ਬਾਅਦ ਛੁੱਟੇ ਆ। ਓਕੇ, ਹਾਂ, ਉਹ ਬਾਅਦ ਛੁੱਟੇ ਆ। ਤੇ ਉਹ ਜੇਲ੍ਹ ਦੇ ਵਿੱਚ ਹੋਣ ਕਰਕੇ ਤੇ ਉਹ ਕਿਹਾ ਵੀ ਜੇ ਸਹੁੰ ਚੁੱਕਣੀ ਚਾਹੀਦੀ। ਉਹਦੇ ਵਿੱਚ ਫਿਰ ਮੈਨੂੰ ਐਕਟਿੰਗ ਲੀਡਰ ਬਣਾਇਆ ਗਿਆ ਕਿਉਂਕਿ ਮੈਂ ਡਿਪਟੀ ਲੀਡਰ ਸੀ। ਇਹ ਵੀ ਕਿਉਂ ਫਰਕ ਰੱਖਿਆ ਗਿਆ ਤੁਹਾਡੀ ਗੱਲ ਵਿੱਚ? ਮੈਂ ਹੁਣ ਟੋਕਦਾ, ਮਾਫ ਕਰਨਾ, ਵੀ ਮਾਨ ਸਾਹਿਬ ਨੂੰ ਤਾਂ ਉਸੇ ਦਿਨ ਹੀ ਛੱਡ ਦਿੱਤਾ ਗਿਆ। ਕਿ ਮਾਨ ਸਾਹਿਬ ਵੀ ਤਾਂ MP ਬਣੇ ਸੀਗੇ, MP ਸਤਿੰਦਰਪਾਲ ਸਿੰਘ ਵੀ ਬਣਾ ਸੀ, ਉਹਨਾਂ ਨੂੰ ਫਿਰ ਇੰਨਾ ਲੇਟ ਕਿਉਂ ਛੱਡਿਆ ਗਿਆ ਜੀ? ਇਹ ਕੀ ਕਾਰਨ ਦੇਖੋ, ਇਹ ਜਿਹੜੀ ਹੈ ਗੱਲ ਮੈਂ ਕਹਾਂ ਕਿ ਇਸ ਬਾਰੇ ਕਿਉਂ ਛੱਡਿਆ ਗਿਆ ਕਿਉਂ ਨਹੀਂ, ਉਹ ਕਿਆ ਸਰਾਈਆਂ ਨੇ ਜੀ, ਉਹ ਗੱਲ ਦਾ ਮੈਂ ਪਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਪਰ ਪਤਾ ਨਹੀਂ ਲੱਗ ਸਕਿਆ। ਜੀ ਜੀ ਪਰ ਉਹ ਛੱਡੇ ਪਿੱਛੋਂ ਗਏ। ਜੀ ਜੀ ਹਾਲਾਂਕਿ ਕੇਸ ਇੱਕੋ ਹੀ ਸੀ। ਉਹ ਜਿਹੜੇ ਇੰਦਰਾ ਗਾਂਧੀ ਜਿਹੜਾ ਕਤਲ ਕੇਸ ਹੈ ਉਹਦੇ ਸਾਜ਼ਿਸ਼ 'ਚ ਦੋਵੇਂ ਰੱਖੇ ਹੋਏ ਸੀ। ਜੀ ਜੀ ਉਹਦੇ 'ਚ ਸਰਦਾਰ ਰਤਿੰਦਰਪਾਲ ਸਿੰਘ ਵੀ ਰੱਖੇ ਹੋਏ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਰੱਖੇ ਹੋਏ ਸੀ। ਜੀ ਜੀ ਇਹ ਭਾਗਲਪੁਰ ਜੇਲ੍ਹ ਦੇ ਵਿੱਚ ਇਹਨਾਂ ਤੇ ਉਹ ਦੂਜਾ ਦੇਸ਼ ਧਰੋਹ ਦਾ ਕੇਸ ਵੀ ਸੀ 124A ਦਾ, ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਇਹਨਾਂ ਤੇ ਵੀ ਸੀ। ਇਹਨਾਂ ਨੂੰ ਪਹਿਲਾਂ ਛੱਡ ਦਿੱਤਾ ਗਿਆ ਸੀ। ਜੀ ਜੀ ਇਹ ਫਿਰ ਮੇਰੀ ਪ੍ਰਧਾਨੀ, ਮੈਨੂੰ ਐਕਟਿੰਗ ਲੀਡਰ ਥਾਪਿਆ ਗਿਆ। ਜੀ ਬਤੌਰ ਐਕਟਿੰਗ ਲੀਡਰ ਮੈਂ ਉੱਥੇ ਜਦੋਂ ਇਹ ਹੈ ਨਹੀਂ ਸੀਗੇ। ਹਾਂ,
ਚੰਡੀਗੜ੍ਹ ਵਾਲੀ ਮੀਟਿੰਗ ਦੇ ਵਿੱਚ। ਚੰਡੀਗੜ੍ਹ ਵਾਲੀ ਮੀਟਿੰਗ 'ਚ ਸਹੁੰ ਚੱਕਣ ਲਈ ਮੈਨੂੰ ਐਕਟਿੰਗ ਲੀਡਰ ਬਣਾਇਆ ਜੀ। ਉਸ ਦੇ ਵਿੱਚ ਮੇਰੇ ਨਾਲ ਬਾਬਾ ਸੁੱਚਾ ਸਿੰਘ ਮਲੋਆ। ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਬਾਬਾ ਸੁੱਚਾ ਸਿੰਘ ਮਲੋਆ ਬਾਬਾ ਜੋਗਿੰਦਰ ਸਿੰਘ ਨਾਲ ਵਫਾਦਾਰ ਰਹੇ ਜੀ ਅਖੀਰ ਤੱਕ। ਜੀ ਜੀ। ਉਹ ਕਿਸੇ ਪਾਸੇ ਨਹੀਂ ਹਿੱਲੇ ਜੀ ਜੀ। ਤੇ ਉਹ ਸੀ ਜੇ ਜਥੇਦਾਰ ਜੈਦੇਵ ਸਿੰਘ ਠੁੜੀਆ ਸੀ, ਮੈਂ ਸੀ, ਬੀਬੀ ਰਜਿੰਦਰ ਕੌਰ ਬੁਲਾਰਾ ਸੀ ਜੀ। 4 ਜਣੇ ਸੀ ਜੀ। ਤੇ ਇਹ ਅਸੀਂ ਚਾਰੇ ਜਾਣੇ ਉੱਥੇ ਕੀ ਕਹਿੰਦੇ ਹੁੰਦੇ ਸਹੁੰ ਚੱਕਣ ਗਏ ਸੀ ਜੀ। ਤੇ ਬੀਬੀ ਜਿਹੜੀ ਸੀ ਇਹ ਆਪਣਾ ਬਿਮਲ ਕੌਰ ਖਾਲਸਾ ਇਹ ਵੀ ਜੇਲ੍ਹ 'ਚ ਸੀ ਜੀ। ਹਾਂ, ਇਹਦੇ ਲਈ ਉੱਥੇ ਨਹੀਂ ਸੀ, ਜੀ ਜੀ। ਪਿੱਛੋਂ ਰਿਹਾ ਧਰਤੀ ਸੀ ਜੀ। ਤੋ ਇਹ ਚਾਰੇ ਜਾਣੇ ਜਾ ਕੇ ਉੱਥੇ ਸਹੁੰ ਚੱਕਣ ਦੇ ਵੇਲੇ ਉਹਨਾਂ ਨੇ ਸਹੁੰ ਅੰਦਰ ਜਾ ਕੇ ਚੱਕੀ। ਪਹਿਲਾਂ ਝਗੜਾ ਪੈ ਗਿਆ ਉਸ ਥਾਂ ਤੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਗਈ। ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਆ ਗਈ। ਜੀ। ਅਸੀਂ ਨਹੀਂ ਦੇਖੇ। ਜੀ। ਉਹ ਕਹਿੰਦੇ ਕਿਰਪਾਨ ਨਾਲ ਅੰਦਰ ਜਾਣਾ ਚਾਹੁੰਦੇ ਆ। ਜੀ। ਦੇਖੋ ਜੀ। ਹਾਂ, ਤੇ ਸਾਡੀਆਂ ਕਿਰਪਾਨਾਂ ਤੇ ਮੇਰੀ ਕਿਰਪਾਨ ਤੇ ਬਾਬਾ ਸੁੱਚਾ ਸਿੰਘ ਮਲੋਆ ਦੀ ਕਿਰਪਾਨ ਤੇ ਆ ਪਾਈ ਹੋਈ ਸੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਕਰਿਆ। ਗਾਤਰੇ ਵਾਲੀਆਂ ਕਿਰਪਾਨਾਂ ਤੁਹਾਡੇ ਪਾਈਆਂ ਹੋਈਆਂ ਸੀ, ਜਥੇਦਾਰ ਜੈਦੇਵ ਸਿੰਘ ਠੁੜੀਆ ਦੇ ਵੀ ਪਾਈਆਂ ਹੋਈਆਂ ਸੀ। ਜੀ ਜੀ। ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਸਹੁੰ ਚੱਕਣ ਵੇਲੇ ਅਸੀਂ ਨਾਲੇ ਗਏ ਜੀ। ਇਹ ਕਿਰਪਾਨ ਹਾਂ, ਨਾ ਅਸੀਂ ਕਿਰਪਾਨ ਲਾ ਸਕਦੇ ਸੀ, ਨਾ ਲਾਉਣ ਦਾ ਕੋਈ ਮਤਲਬ ਸੀ, ਨਾ ਸਾਨੂੰ ਕਿਸੇ ਨੇ ਕਿਹਾ ਜੀ ਵੀ ਲਾਹੋ। ਜੀ। ਪੂਰਾ ਸਵਾਗਤ ਹੋਇਆ ਸਾਡਾ ਉੱਥੇ, ਕੋਈ ਗੱਲ ਕਿਰਪਾਨ ਵਾਲੀ ਕਿਸੇ ਨੇ ਨਹੀਂ ਤੋਰੀ। ਉੱਤੋਂ ਦੀ ਪਾਈ ਹੋਈ ਸੀ, ਇਹ ਵੀ ਨਹੀਂ ਵੀ ਲਟੋ ਕੇ ਪਾਈ ਹੋਵੇ ਤਲਾਸ਼ੀ ਨਾਲ ਤੁਸੀਂ ਤਾਂ ਵੈਸੇ ਹੀ ਇਦਾਂ ਰੱਖਦੇ ਹੋ। ਹਾਂ, ਮੈਂ ਵੈਸੇ ਹੀ ਰੱਖਦਾ। ਉੱਤੋਂ ਦੀ ਪਾਈ ਹੋਈ ਸੀ, ਮੇਰੀ ਪਾਈ ਹੋਈ ਸੀ ਉੱਤੋਂ ਦੀ। ਜੀ ਜੀ। ਬਲਕਿ ਉਸ ਥਾਂ ਤੇ ਉਹ ਜਿਹੜਾ ਕਿਰਪਾਨ ਸੀ ਰਵੀ ਰੇ ਉਸ ਸਮੇਂ ਸਪੀਕਰ ਸੀ ਜੀ, ਉਹ ਬਾਹਰ ਆ ਗਏ। ਉਹਨਾਂ ਨੇ ਮੇਰੀ किरपान ਨੂੰ ਮੱਥਾ ਟੇਕਿਆ। जी भाई क्या है ये तो बहुत अच्छे लग रहे हैं, ऐसे सिंह साहब आए जहाँ पर ऐसी किरपानें डालकर। ये तो पूजन की बात है, इसको तो हमें पूजना चाहिए जी। मतलब ये लफ्ज कहे है और रोकना तो उस गल ते चीज सी जी जी। ते ਉਹ ਧਿਆਨ ਸਿੰਘ ਸਰਦਾਰ ਧਿਆਨ ਸਿੰਘ ਮੰਡ ਵੀ ਉੱਥੇ ਕਹਿੰਦੇ ਜੀ ਆ ਜੇ ਬਾਹਰ ਜੀ, ਸਾਡੇ ਸਹੁੰ ਚੁੱਕਦੇ ਜੀ। ਉਹ ਵੀ ਕਹਿੰਦੇ ਕਿਰਪਾਨ ਨਾਲ ਆਉਣਾ ਚਾਹੁੰਦੇ ਆ ਜੀ। ਤੇ ਉਹ ਵੀ ਉਹ ਕਿਰਪਾਨ ਤੇ 3 ਫੁੱਟੀ ਵਾਲੀ ਤੇ ਜਿਹੜੀ 3.5 ਫੁੱਟੀ ਸੀ ਜੀ। ਤੇ ਸਹੁੰ ਫਿਰ ਮੇਰੀ ਮਤਲਬ ਦੁਬਈ ਦੇ ਵਿੱਚ ਉਹ ਸਹੁੰ ਚੱਕੀ ਜੀ। 4 ਮੈਂਬਰਾਂ ਨੇ ਸਹੁੰ ਚੱਕ ਲਈ ਤੁਸੀਂ? ਹਾਂ, 4 ਮੈਂਬਰਾਂ ਨੇ ਸਹੁੰ ਚੱਕ ਲਈ ਜੀ। ਤੇ ਉਦੋਂ ਬੋਲਣਾ ਮੇਰਾ ਸੀਗਾ, ਬੋਲਣਾ ਮੈਂ ਸੀ। ਰਜਿੰਦਰ ਕੌਰ ਬੁਲਾਰਾ ਕਹਿੰਦੀ ਵੀ ਤੁਸੀਂ ਜੀ ਮੈਨੂੰ ਬੁਲਾ ਦਿਓ ਜੀ। ਚਲੋ ਮੈਂ ਉਹ ਆਪਦੇ ਬਤੌਰ ਲੀਡਰ ਐਕਟਿੰਗ ਲੀਡਰ ਸਪੀਕਰ ਨੂੰ ਲਿਖ ਕੇ ਦੇਤਾ ਜੀ ਤੇ ਬਈ ਕੀ ਕਹਿੰਦੇ ਹੁੰਦੇ ਨੇ ਇਹ ਬੋਲਦੇ ਜੀ। ਉਸ ਸਮੇਂ ਰਵੀ ਰੇ ਉੜੀਸਾ ਦੇ ਉਹ ਸਪੀਕਰ ਸੀ ਜੇ ਪਾਰਲੀਮੈਂਟ ਦੇ, ਤੇ ਸ਼ਿਵਰਾਜ ਪਾਟਲ ਜਿਹੜੇ ਪਿੱਛੋਂ ਪੰਜਾਬ ਦੇ ਗਵਰਨਰ ਬਣ ਗਏ ਸੀ ਉਹ ਡਿਪਟੀ ਸਪੀਕਰ ਸੀ। ਜੀ ਜੀ। ਹਾਂ, ਉਹ ਜਿਹੜੇ ਸੀ ਡਿਪਟੀ ਸਪੀਕਰ ਕਾਂਗਰਸ ਦੇ ਸੀ, ਡਿਪਟੀ ਸਪੀਕਰ ਜਨਤਾ ਦਲ ਦੇ ਸੀ ਜੀ। ਇਹ ਉੜੀਸਾ ਤੋਂ ਜਿੱਤ ਕੇ ਆਏ ਸੀ ਜੀ। ਤੇ ਸਹੁੰ ਚੱਕਣ ਦਾ ਫੈਸਲਾ ਜਿਹੜਾ ਹੈ ਮੌਕੇ ਤੇ ਫੇਰ ਇਹ ਹੋ ਗਿਆ ਕਿ ਤੁਸੀਂ ਦੂਜੇ ਵਾਰੀ ਸੋਚ ਲਓ ਜੀ। ਜਦੋਂ ਅਸੀਂ ਦਿੱਲੀ ਪਹੁੰਚ ਗਏ ਜੀ, ਮੇਰੀ ਪ੍ਰਧਾਨਗੀ 'ਚ ਫੇਰ ਮੀਟਿੰਗ ਹੋਈ ਜੀ। ਉਹਦੇ 'ਚ ਮੈਂ ਸਹੁੰ ਚੱਕਣ ਦਾ ਫੈਸਲਾ ਜਿਹੜਾ ਸੀ ਉਹ ਮੈਂ ਉਹਦੇ 'ਚ ਲਿਆ ਜੀ, ਤੇ ਐਲਾਨ ਕੀਤਾ ਕਿ ਕੱਲ ਨੂੰ ਸਹੁੰ ਚੱਕਾਂਗੇ ਜੀ। ਇਹ ਜਿਹੜਾ ਗੁਰਮੀਤ ਸਿੰਘ ਸੀ ਹੁਣ ਤਾਂ ਉਹ ਮੌਤ ਹੋ ਚੁੱਕੀ ਹੈ ਜੀ। ਗੁਰਮੀਤ ਸਿੰਘ ਉਹ ਦਾੜੀ ਕੇਸ ਨਹੀਂ ਸੀ, ਪਰ ਉਹ ਜਿਸ ਤਰ੍ਹਾਂ ਉਹ ਖਾਲਿਸਤਾਨ ਦਾ ਕੋਈ ਉੱਥੇ ਲੀਡਰ ਕਹਾਉਂਦੇ ਸੀ ਅਮਰੀਕਾ, ਉਹ ਰਾਤ ਨੂੰ ਮੈਨੂੰ ਟੈਲੀਫੋਨ ਆਇਆ ਪੰਜਾਬ ਭਵਨ 'ਚ ਕਿ ਜੀ ਤੁਸੀਂ ਹਿੰਦੁਸਤਾਨ ਦਾ ਸੰਵਿਧਾਨ ਪਾੜ ਕੇ ਪਾਰਲੀਮੈਂਟ 'ਚੋਂ ਬਾਹਰ ਆ ਜਾਓ, ਸਹੁੰ ਚੱਕੋ ਜੀ। ਮੈਂ ਕਿਹਾ ਤੁਸੀਂ ਕੌਣ ਹੋ, ਕਿਹੜੀ ਜਥੇਬੰਦੀ ਹੈ? ਕਹਿੰਦੇ ਕੀ ਕਹਿੰਦੇ ਹੁੰਦੇ ਨੇ ਅਸੀਂ ਹੁਕਮ ਦਿੰਦੇ ਹਾਂ। ਮੈਂ ਕਿਹਾ ਤੁਸੀਂ ਕੌਣ ਹੋ ਹੁਕਮ ਦੇਣ ਵਾਲੇ? ਮੈਂ ਤੁਹਾਨੂੰ ਸ਼ਕਲ ਤੋਂ ਨਹੀਂ ਜਾਣਦਾ, ਮੈਂ ਤੁਹਾਨੂੰ ਵਾਸਤਾ ਨਹੀਂ, ਮੈਨੂੰ ਬਾਬਾ ਜੋਗਿੰਦਰ ਸਿੰਘ ਸਾਡੇ ਪ੍ਰਧਾਨ ਹੈ, ਇਹੋ ਜਿਹੇ ਫਜ਼ੂਲ ਹੁਕਮ ਮੈਂ ਕਿਉਂ ਮੰਨੂਗਾ ਜੀ? ਜਿਹੜੇ ਤੁਸੀਂ ਤਾਂ ਅਹੁਦੇਦਾਰ ਨਹੀਂ ਤੂੰ ਲੈਣੇ, ਹਾਂ ਬਾਬਾ ਜੋਗਿੰਦਰ ਸਿੰਘ ਹੁਕਮ ਕਰ ਦੇਣ, ਮੈਂ ਉਹ ਹੁਕਮ ਹੂ ਬਹੂ ਮੰਨੂਗਾ ਜੀ। ਤੇ ਕਹਿੰਦਾ ਕਿਹੜੇ ਰਾਹ ਜਾਓਗੇ ਜੀ? ਦੇਖੋ ਜੀ, ਮੈਂ ਕਿਹਾ ਇੰਡੀਆ ਗੇਟ ਜਾਵਾਂਗੇ, ਤੁਸੀਂ ਆਉਣਾ ਉੱਥੇ ਜੀ? ਕੋਈ ਹਮਲਾ ਕਰਨਾ, ਮੈਂ ਉੱਥੇ ਅੱਧਾ ਘੰਟਾ ਰੁੱਝਾਂਗੇ ਜੀ, ਆ ਜਾਓ ਕਿਸੇ ਪਾਸੇ ਦੀ, ਜੇ ਕੋਈ ਭੇਜਣਾ ਹੋਵੇ ਤਾਂ ਵੀ ਭੇਜ ਦਿਓ ਜੀ ਜੀ। ਤੇ ਕਹਿੰਦਾ ਹਾਂਜੀ ਤੁਸੀਂ ਰੁੱਝਿਓ ਉੱਥੇ ਜੀ। ਕਿੰਨੇ ਵਜੇ ਜਾਓਗੇ? ਮੈਂ ਕਿਹਾ ਇੰਨੇ ਵਜੇ ਜਾਵਾਂਗੇ, ਤੁਹਾਡਾ ਅੱਧਾ ਘੰਟਾ ਇੰਤਜ਼ਾਰ ਕਰਕੇ ਫਿਰ ਜਾਵਾਂਗੇ, ਅਸੀਂ ਉਹ ਨਹੀਂ ਜਾਂਦੇ ਜੀ। ਤੇ ਆਉਣਾ ਉੱਥੇ ਕਿਹਨੇ ਸੀ ਜੀ? ਤੇ ਉਹ ਮਤਲਬ ਇਸ ਤਰ੍ਹਾਂ ਦੇ ਹੁਕਮਨਾਮੇ ਵੀ ਉਦੋਂ ਹੁੰਦੇ ਰਹਿੰਦੇ ਸੀ, ਜਿਹੜੇ ਫਰਜ਼ੀ ਲੋਕ ਸੀ ਉਹ ਹੁਕਮਨਾਮਾ ਦਿੰਦੇ ਨੇ ਜੀ। ਚਾਰਾਂ ਦੀ ਉੱਥੇ ਜਿਹੜੀ ਆ ਸਹੁੰ ਚੱਕ ਲਈ। ਉਸ ਸਮੇਂ ਠਾਕਰ ਵਿਸ਼ਵਨਾਥ ਪ੍ਰਤਾਪ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਚੌਧਰੀ ਦੇਵੀ ਲਾਲ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ। ਜੇ ਉਸ ਸਮੇਂ ਜਦੋਂ ਸਹੁੰ ਚੱਕੀ ਉਸ ਸਮੇਂ ਆ ਹਾਲਤ ਸੀ ਜੀ ਜੀ।
ਇਹਨਾਂ ਨੇ ਫਿਰ ਨਹੀਂ ਚੱਕੀ ਹੈਗੀ, ਮਾਨ ਸਾਹਿਬ ਨੇ ਔਰ ਮੰਡ ਸਾਹਿਬ ਨੇ, 2 ਜਣੇ ਰਹਿ ਗਏ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੇ ਕੀ ਕਹਿੰਦੇ ਸਰਦਾਰ ਧਿਆਨ ਸਿੰਘ ਮੰਡ, ਇਹਨਾਂ ਨੇ ਸੋਹਣੀ ਚੱਕੀ। ਬੀਬੀ ਬਿਮਲ ਕੌਰ ਖਾਲਸਾ ਨੇ ਪਿੱਛੋਂ ਚੱਕ ਲਈ ਸੀ, ਸਰਦਾਰ ਰਤਿੰਦਰਪਾਲ ਸਿੰਘ ਨੇ ਪਿੱਛੋਂ ਚੱਕ ਲਈ ਜੀ। ਜਦੋਂ ਇਹ ਜੇਲ੍ਹ ਤੋਂ ਬਾਹਰ ਆਏ ਫਿਰ ਇਹ ਫੈਸਲਾ ਕਰਕੇ ਇਹਨਾਂ ਨੇ ਸਹੁੰ ਚੱਕ ਲਈ ਜੀ। ਇਸ ਤਰ੍ਹਾਂ ਦੀਆਂ ਵੀ ਗੱਲਾਂ ਜਿਹੜੀਆਂ ਬਾਹਰ ਆਈਆਂ ਨੇਗੀਆਂ, ਤੁਸੀਂ ਤਾਂ ਉਸ ਗੱਲ ਦੇ ਚਸ਼ਮਦੀਦ ਗਵਾਹ ਵੀ ਉਸ ਸਮੇਂ ਜਿਹੜਾ BP ਸਿੰਘ ਸੀਗਾ ਉਹਨੇ ਤੁਹਾਨੂੰ ਕੋਈ ਆਫਰਾਂ ਕੀਤੀਆਂ ਸੀਗੀਆਂ ਵੀ ਇੱਕ ਬੰਦਾ ਤੁਹਾਡਾ ਮਤਲਬ ਜੇ ਇਸ ਵੇਲੇ ਚੋਣ ਕਰਾ ਲਈ ਜਾਵੇ ਪੰਜਾਬ ਦੇ ਵਿੱਚ, ਤੁਹਾਡੀ ਸਰਕਾਰ ਬਣਦੀ ਹੈ, ਇੱਕ ਜਣਾ CM ਬਣ ਜਾਓ, ਇੱਕ ਜਣਾ ਸਾਡੀ ਸਰਕਾਰ 'ਚ ਸ਼ਾਮਲ ਹੋ ਜਾਓ, ਇਹਦੀ ਗੱਲ 'ਚ ਕਿੰਨੀ ਕੁ ਸੱਚਾਈ ਹੈ? ਨਹੀਂ ਜੀ, ਪੂਰੀ ਸੱਚਾਈ ਹੈ। ਉਹਨਾਂ ਨੇ ਜਿਹੜੀ ਸੀ ਉਸ ਸਮੇਂ ਪੂਰੀ ਆਫਰ ਕਰੀ ਸੀ, ਸਭ ਦੇ ਸਾਹਮਣੇ ਆਫਰ ਕਰੀ ਸੀ ਕਿ ਮੈਂ ਹੁਣੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈ ਉਹ ਸਿਫਾਰਿਸ਼ ਭੇਜ ਦਿੰਦਾ ਜੀ, ਤੇ 45 ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਜਿਹੜਾ ਹੈਗਾ ਉਹ ਇੱਥੇ ਪੋਲਿੰਗ ਹੋ ਜੂ ਤੇ ਤੁਸੀਂ ਉੱਥੇ ਜਿੱਤੇ ਪਏ ਹੋ, ਤੁਹਾਡੀ ਪਾਰਟੀ ਜਿੱਤੀ ਪਈ ਹੈ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਸਮੇਂ ਅੰਤਰਰਾਸ਼ਟਰੀ ਨੇਤਾ ਨੇ, ਰਾਸ਼ਟਰੀ ਨੇਤਾ ਨੇ, ਤੇ ਸਾਡੀ ਇੱਛਾ ਇਹ ਹੈ ਵੀ ਇਹ ਮੁੱਖ ਮੰਤਰੀ ਬਣਨ ਉੱਥੋਂ ਪੰਜਾਬ ਦੇ। ਫਿਰ ਜੇ ਇਹ ਮੁੱਖ ਮੰਤਰੀ ਬਣਦੇ ਆ, ਮੇਰੇ ਬਾਰੇ ਕਿਹਾ ਸੀ ਇਹਨਾਂ ਨੂੰ ਸਾਨੂੰ ਦੇ ਦਿਓ ਜੀ, ਸੈਂਟਰ ਨੂੰ ਜੀ, ਤੇ ਅਸੀਂ ਇਹਨਾਂ ਨੂੰ ਵਧੀਆ ਮਹਿਕਮਾ ਦੇਵਾਂਗੇ ਜੀ। ਤੇ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਤਾਂ ਇਹਨਾਂ ਨੂੰ ਉੱਥੇ ਮੁੱਖ ਮੰਤਰੀ ਬਣਾ ਦਿਓ ਜੀ, ਤੇ ਇੱਥੇ ਇਹ ਸੈਂਟਰ ਦੇ ਵਿੱਚ ਆ ਜਾਣ। ਉਹਨਾਂ ਨੇ ਇਹ ਕਿਹਾ ਸੀ ਮੈਂ ਚੌਧਰੀ ਦੇਵੀ ਲਾਲ ਨੂੰ ਬਣਾ ਲਿਆ ਜੀ, ਤੇ ਇਹ ਡਿਪਟੀ ਪ੍ਰਾਈਮ ਮਿਨਿਸਟਰ ਹੋਣਗੇ ਇੰਡੀਆ ਦੇ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ। ਤੇ ਇਹ ਜਿਹੜੇ ਵੱਡੇ ਮਹਿਕਮੇ ਨੇ ਗ੍ਰਹਿ ਮੰਤਰਾਲਿਆਂ ਨੂੰ ਛੱਡ ਕੇ ਫਾਈਨਾਂਸ ਮਿਨਿਸਟਰੀ ਜੀ, ਡਿਫੈਂਸ ਮਿਨਿਸਟਰੀ ਜੀ, ਤੇ ਵਿਦੇਸ਼ ਮੰਤਰੀ ਜੀ, ਇਹਨਾਂ ਦੇ ਵਿੱਚੋਂ ਕੋਈ ਮਹਿਕਮਾ ਲੈ ਲੈਣ ਜੀ, ਉਹ ਮਹਿਕਮਾ ਅਸੀਂ ਇਹਨਾਂ ਨੂੰ ਦੇਵਾਂਗੇ ਜੀ ਜੀ। ਤੇ ਡਿਪਟੀ ਪ੍ਰਾਈਮ ਮਿਨਿਸਟਰ ਹੋਣਗੇ ਜੀ ਦੇਸ਼ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੀ। ਇਹ ਆਫਰ ਠਾਕੁਰ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਸਾਡੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ, ਤੇ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਉੱਥੇ ਹਾਜ਼ਰ ਸੀ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਇਹਨਾਂ ਦਾ ਆਫਿਸ ਸੀ ਜਾਂ ਆਪਾਂ ਇਹ ਪਾਰਲੀਮੈਂਟ ਹਾਊਸ 'ਚ ਉੱਥੇ ਬੈਠ ਕੇ ਕੀਤੀ ਸੀ। ਇਹ ਵੀ ਗੱਲ ਆਉਂਦੀ ਹੈ ਵੀ ਸਰਦਾਰ ਜੋਗਿੰਦਰ ਸਿੰਘ ਮਾਨ ਇਸ ਗੱਲ ਲਈ ਸਹਿਮਤ ਸੀਗੇ ਔਰ ਸਿਮਰਜੀਤ ਸਿੰਘ ਮਾਨ ਸਹਿਮਤ ਨਹੀਂ ਹੋਏ, ਤੁਸੀਂ ਨੇੜੇ ਸੀ, ਇਹ ਗੱਲ ਵੀ ਸੀ ਕਿਤੇ? ਬਿਲਕੁਲ ਜੀ, ਸਰਦਾਰ ਜੋਗਿੰਦਰ ਸਿੰਘ ਮਾਨ ਸਹਿਮਤ ਸੀ ਜੀ। ਹਾਂ, ਸਰਦਾਰ ਜੋਗਿੰਦਰ ਸਿੰਘ ਮਾਨ ਸਹਿਮਤ ਸੀ ਇਸ ਗੱਲ ਬਾਰੇ ਬਈ ਆਪਾਂ ਨੂੰ ਜਿਹੜੀ ਇਹ ਚੋਣ ਕਰਾ ਲੈਣੀ ਚਾਹੀਦੀ ਹੈ ਜੀ। ਤੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਇਨਸਿਸਟ ਕਰਦੇ ਸੀ ਬਈ KPS ਗਿੱਲ ਜਿਹੜਾ ਉਸ ਸਮੇਂ ਡਾਇਰੈਕਟਰ ਜਨਰਲ ਪੁਲਿਸ ਸੀ ਪੰਜਾਬ ਦਾ, ਤੇ ਸੁੰਦਰ ਲਾਲ ਕਪੂਰ ਜਿਹੜਾ ਚੀਫ ਸੈਕਟਰੀ ਸੀ, ਇਹਨਾਂ ਦੋਹਾਂ ਨੂੰ ਇੱਥੋਂ ਕੀ ਕਹਿੰਦੇ ਹੁੰਦੇ ਨੇ ਬਰਖਾਸਤ ਕੀਤਾ ਜਾਵੇ। ਉਹਨਾਂ ਨੇ ਸਰਦਾਰ ਜੋਗਿੰਦਰ ਸਿੰਘ ਮਾਨ ਇਹ ਕਹਿੰਦੇ ਸੀ ਵੀ ਇਹ ਤਾਂ ਆਪਾਂ ਹੀ ਲਾਉਣੇ ਆ, ਫਿਰ ਚੀਫ ਸੈਕਟਰੀ ਤੇ DGP ਕਿਸੇ ਨੂੰ ਲਾਈਏ। ਹਾਂ ਬਿਲਕੁਲ, ਇਹ ਤਾਂ ਫਿਰ ਸਰਕਾਰ ਪੰਜਾਬ ਸਰਕਾਰ ਦੇ ਹੀ ਆ ਜਾਣਾ ਜਦੋਂ ਤੁਸੀਂ CM ਇਹ ਤਾਂ ਪੰਜਾਬ ਸਰਕਾਰ ਦਾ ਹੀ ਆਉਣਾ। ਆਪਾਂ ਇਹਨਾਂ ਗੱਲਾਂ ਪਿੱਛੇ ਕਾਹਦੇ ਲਈ ਪਈਏ? ਜਦੋਂ ਆਪਾਂ ਜਿੱਤ ਜਾਣਾ ਤਾਂ ਪੰਜਾਬ ਸਰਕਾਰ ਤਾਂ ਫਿਰ ਜਿਹੜੀ ਆਪਣੀ ਬਣ ਗਈ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹਦੇ 'ਚ ਮੁੱਖ ਮੰਤਰੀ ਹੋਣਗੇ ਜੀ, ਤੇ ਉਹਨਾਂ ਨੇ ਲਾਉਣੇ ਜੀ। ਪਰ ਇਹ ਗੱਲ ਮੰਨੀ ਨਹੀਂ ਗਈ ਉੱਥੇ, ਤੇ ਉਹ ਰੌਲੇ ਰੱਪੇ ਦੇ ਵਿੱਚ ਇਲੈਕਸ਼ਨ ਰਹਿ ਗਈ ਤੇ ਹੋਰ ਪਾਸਿਆਂ ਵੱਲ ਆਪਣਾ ਧਿਆਨ ਹੈ। ਇਹਦੇ ਇਨ ਬਿਟਵੀਨ ਇੱਕ ਗੱਲ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਇੱਕ ਰੈਲੀ ਰੱਖ ਲਈ ਜੀ। ਉਹ ਰੈਲੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਉਣਾ ਸੀ ਜੀ, ਠਾਕੁਰ ਵਿਸ਼ਵਨਾਥ ਪ੍ਰਤਾਪ ਸਿੰਘ ਨੇ, ਚੌਧਰੀ ਦੇਵੀ ਲਾਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ, ਹੋਰ ਵਜ਼ੀਰਾਂ ਨੇ ਆਉਣਾ ਸੀ। ਰੈਲੀ ਕਿਹਦੇ ਵੱਲੋਂ ਰੱਖੀ ਗਈ ਸੀ? ਇਹ ਸਰਕਾਰ ਵੱਲੋਂ ਰੈਲੀ ਰੱਖੀ ਗਈ ਸੀ ਜੀ। ਉਹਦੇ ਵਿੱਚ ਸਾਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਕਿ ਤੁਸੀਂ ਉੱਥੇ ਮੇਨ ਬੁਲਾਰੇ ਹੋਵੋਗੇ, ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਬਾਕੀ ਸਾਰੇ MP ਆਉਣਗੇ ਜੀ, ਤੇ ਉੱਥੇ ਅਸੀਂ ਇੱਕ ਸੁਨੇਹਾ ਦੇਵਾਂਗੇ ਵੀ ਅਸੀਂ ਇਹਨਾਂ ਨੂੰ ਪੰਜਾਬ ਦੀ ਸੱਤਾ ਦੇ ਰਹੇ ਜੀ, ਜਿਹੜੇ ਸੰਘਰਸ਼ੀ ਯੋਧੇ ਸੀ ਜੀ, ਇਹਨਾਂ ਨੂੰ ਅਸੀਂ ਪੰਜਾਬ ਦੀ ਸੱਤਾ ਦੇ ਰਹੇ ਹਾਂ ਤੇ ਸੈਂਟਰ ਦੇ ਵਿੱਚ ਬੜੇ ਸੀਨੀਅਰ ਭਾਈਵਾਲ ਬਣਾ ਰਹੇ ਹਾਂ ਜੀ। ਅਸੀਂ ਇਹ ਲੁਧਿਆਣੇ ਦੀ ਸਭਾ ਦੇ ਵਿੱਚ ਐਲਾਨ ਕਰਾਂਗੇ ਜੀ। ਪੰਜਾਬ ਦੇ ਵਿੱਚ ਜਾਣੀ ਕਿ ਹਿੰਦੁਸਤਾਨ ਦਾ ਉਸ ਸਮੇਂ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਪੰਜਾਬ ਦੀ ਧਰਤੀ 'ਤੇ ਆ ਕੇ ਐਲਾਨ ਕਰਨ ਦਾ ਮਤਲਬ ਤੁਹਾਡੇ ਨਾਲ ਉਹਨੇ ਗੱਲ ਕੀਤੀ, ਸਾਂਝੀ ਕੀਤੀ, ਫੈਸਲਾ ਫੈਸਲਾ ਦੇਤਾ ਸੀ ਜੀ। ਫੈਸਲਾ ਦੇਣ ਦੇ ਪਿੱਛੋਂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਜੀ, ਸਾਡੀ ਮੀਟਿੰਗ ਬੁਲਾਈ ਜੀ। ਉਹਦੇ 'ਚ ਮੈਂ ਕਿਹਾ ਕਿ ਸਾਨੂੰ ਉਸ ਰੈਲੀ 'ਚ ਵੀ ਜਾਣਾ ਚਾਹੀਦਾ ਤੇ ਉੱਥੇ ਆਪਣੀ ਗੱਲ ਹੈ ਬਿਲਕੁਲ ਠੀਕ। ਉਹ ਕਹਿੰਦੇ ਜੀ ਅਸੀਂ ਭਾਈਵਾਲ ਨਹੀਂ, ਜਿੰਨਾ ਚਿਰ ਮੰਡਾਂ ਨਹੀਂ ਮੰਨੀਆਂ ਜਾਂਦੀਆਂ, ਮੰਡਾਂ ਸੀਗੀਆਂ ਆਹੀ KPS ਗਿੱਲ ਤੇ ਆਹ ਜਿਹੜਾ ਦੂਸਰਾ ਸੀਗਾ ਸੁੰਦਰ ਲਾਲ ਕਪੂਰ, ਇਹ ਜੀਆਂ ਮਤਲਬ ਗੱਲਾਂ ਸੀ, ਉਹਨਾਂ ਚਿਰ ਅਸੀਂ ਇੱਥੇ ਨਹੀਂ ਜੀ, ਅਸੀਂ ਉਹਨਾਂ ਚਿਰ ਨਹੀਂ ਆਉਂਦੇ ਜਿੰਨਾ ਚਿਰ ਇਹ ਗੱਲਾਂ ਨਹੀਂ ਮੰਨੀਆਂ ਜਾਂਦੀਆਂ
ਜੀ ਉਹ ਫਿਰ ਸਾਡੀਆਂ ਹੋਰ ਵੀ ਮੰਗਾਂ ਨੇ, ਹੋਰ ਮੰਗਾਂ ਵੀ ਉਸ ਦੇ ਵਿੱਚ ਉਹ ਪੁੱਟ ਕਰਤੀਆਂ ਸੀਗੀਆਂ। ਤੇ ਉੱਥੇ ਫਿਰ ਜਾਣ ਦਾ ਜਿਹੜਾ ਸੀਗਾ ਉਹ ਪ੍ਰੋਗਰਾਮ ਉਹਨਾਂ ਨੇ ਕਹਿਤਾ ਅਸੀਂ ਬਾਈਕਾਟ ਕਰਨਾ ਜੀ। ਉਸ ਸਮੇਂ ਫਿਰ ਨਾਲ ਇਹ ਕਹਿਤਾ ਕਿ ਜਦੋਂ ਉਹ ਹਲਵਾਰੇ ਅੱਡੇ ਤੇ ਆਉਣਗੇ ਉਹਨਾਂ ਨੇ ਹਲਵਾਰੇ ਦੇ ਫੌਜੀ ਅੱਡੇ ਤੇ ਉਤਰਨਾ ਸੀ ਜੀ। ਸਵਾਗਤ ਲਈ ਅਸੀਂ ਖੜੇ ਹੋਵਾਂਗੇ ਜੀ। ਸਵਾਗਤ ਦੇ ਲਈ ਮੈਂ ਵੀ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸੀ ਜੀ। ਇਹ ਬੀਪੀ ਸਿੰਘ ਤੇ ਦੇਵੀ ਲਾਲ ਤੇ ਹੋਰ ਸੈਯਦ ਮੁਫਤੀ ਮੁਹੰਮਦ ਗ੍ਰਹਿ ਮੰਤਰੀ, ਇਹ ਸਾਰੇ ਹਵਾਈ ਜਹਾਜ਼ ਤੋਂ ਉਤਰੇ। ਆਏ ਵੀ ਉਹ ਹੋਈ ਆਏ ਜੀ, ਹੋਈ ਉਹ ਸਵਾਗਤ ਕੀਤਾ ਤੁਸੀਂ? ਹਾਂ, ਸਵਾਗਤ ਕੀਤਾ ਪਰ ਰੈਲੀ 'ਚ ਨਹੀਂ ਗਏ? ਹਾਂ, ਇਹ ਕਹਿੰਦੇ ਫਿਰ ਉੱਥੇ ਹੀ ਮੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਮੈਂ ਕਾਰ ਦੇ ਵਿੱਚ ਬੈਠਣ ਲੱਗਿਆ, ਮੈਨੂੰ ਕੀ ਕਹਿੰਦੇ ਹੁੰਦੇ ਨੇ, ਕਹਿੰਦੇ ਪ੍ਰਧਾਨ ਮੰਤਰੀ आओ जी आइए सरदार जी, आपको तो जरूर बुलाना है वहाँ पर जी। यदि हमारी नुक्ताचीनी की कोई आवश्यकता हुई तो आपने जरूर कर देनी है जी। आप तो फ्री हैंड देंगे जी। जो तो साहब कहना चाहते हैं पंथ के नाम पर आप कहिए जी। जो तो साहब कहते हैं कि हमें ये डिमांड है, ये डिमांड है, हम वो सभी डिमांडों को माने जी। मैं बैठन लग्या, इन्हें मैनू बांह तो फड़ के कहा जी। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਐਮਪੀ ਸਾਹਿਬ ਤੁਸੀਂ ਡਿਪਟੀ ਹੋ ਤੇ ਪਾਰਟੀ ਦਾ ਜਿਹੜਾ ਰੈਗੂਲੇਸ਼ਨ ਪਾਇਆ ਤੁਸੀਂ ਉਹਦੇ ਪਾਬੰਦ ਹੋ ਜੀ, ਤੇ ਤੁਹਾਨੂੰ ਇਹ ਬਾਈਕਾਟ, ਮੈਨੂੰ ਉਹ ਬਾਈਕਾਟ ਕਰਨਾ ਪਿਆ ਜੀ। ਸੋ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਹੁਕਮ ਮੰਨ ਕੇ ਹੀ ਜਿਹੜਾ ਸੀਗਾ ਉਹ ਇਹ ਬਾਈਕਾਟ ਕੀਤਾ ਗਿਆ ਜੀ। ਉਹ ਫਿਰ ਰੈਲੀ ਇਹਨਾਂ ਕੱਲਿਆਂ ਦੀ ਰੈਲੀ ਰਹਿ ਗਈ, ਜਿੱਥੇ ਬੋਲਦੇ ਰਹੇ ਉੱਥੇ ਇਹਨਾਂ ਨੇ ਰੈਲੀ 'ਚ ਵੀ ਕਿਹਾ ਸਾਰਿਆਂ ਨੇ, ਪ੍ਰਧਾਨ ਮੰਤਰੀ ਨੇ ਹੋਰ ਨੇ, ਬਈ ਦੇਖੋ ਜੀ ਅਸੀਂ ਸਭ ਤੋਂ ਦੇਣ ਨੂੰ ਤਿਆਰ ਹਾਂ, ਆਉਂਦੇ ਨਹੀਂ, ਇਹਨਾਂ ਤੋਂ ਪੁੱਛੋ ਵੀ ਕੀ ਕਾਰਨ ਹੈ ਜੀ, ਇਹ ਕਿਉਂ ਨਹੀਂ ਆਉਂਦੇ ਜੀ। ਜਦੋਂ ਹੁਣ ਤੁਹਾਡੀ ਆਪ ਦੀ ਸਰਕਾਰ ਹੈ। ਇਹ ਕਹਿੰਦੇ ਆ ਕਿ ਸਾਰੇ ਕੈਦੀਆਂ ਨੂੰ ਰਿਹਾ ਕਰੋ, ਅਸੀਂ ਕਹਿੰਦੇ ਤੁਸੀਂ ਉਹ ਕਰਨੇ ਜੀ। ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ 'ਚ ਉਹ ਕੈਦੀ ਤੁਸੀਂ ਰਿਹਾ ਕਰਨੇ ਜੀ। ਅਸੀਂ ਜਿਹੜੇ ਤੁਹਾਡੇ ਕੈਦੀ ਬਾਹਰ ਨੇ ਸਿੱਖ ਕੈਦੀ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਟ੍ਰਾਂਸਫਰ ਕਰ ਦਾਂਗੇ, ਤੁਸੀਂ ਚੋਣ ਲੜਨ ਦਾ ਐਲਾਨ ਕਰੋ ਜੀ। ਉਹ ਤੁਹਾਡੇ ਹੱਥ ਹੋਊ ਫੈਸਲਾ ਜੀ। ਕਿਸੇ ਨੂੰ ਛੱਡੋ ਕਿਸੇ ਨੂੰ ਨਾ ਛੱਡੋ, ਅਸੀਂ ਬਾਹਰਲੀਆਂ ਜੇਲ੍ਹਾਂ ਦਾ ਰੱਖਦੇ ਹੀ ਨਹੀਂ ਜੀ। ਉਹ ਆ ਗੱਲ ਹੋਈ ਜਿਹਦਾ ਬਾਈਕਾਟ ਹੋ ਗਿਆ ਜੀ। ਸੋ ਮੈਂ ਸਮਝਦਾ ਹੈ ਕਿ ਇਹ ਬਾਈਕਾਟ ਜਿਹੜੇ ਹੋ ਰਿਹਾ ਇਹ ਸਿੱਖ ਪੰਥ ਦੇ ਲਈ, ਖਾਲਸਾ ਪੰਥ ਦੇ ਲਈ ਬੜੇ ਜਿਹੜੇ ਸੀ ਜ਼ਬਰਦਸਤ ਜਿਹੜੇ ਤੌਰ ਤੇ ਸੀ ਇਹ ਘਾਤਕ। ਇਤਿਹਾਸਕ ਗਲਤੀਆਂ ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਕਿਉਂਕਿ ਮਤਲਬ ਜੇ ਉਸ ਸਮੇਂ ਪੰਥ ਦੀ ਸਰਕਾਰ ਬਣ ਜਾਂਦੀ ਤਾਂ ਜਿਹੜੇ ਬੇਅੰਤ ਸਿੰਘ ਹੋਣੀ ਆਏ ਬਾਅਦ 'ਚ ਉਹਦਾ ਸੀਨ 'ਚ ਹੀ ਨਹੀਂ ਸੀ ਆਉਣੀ ਗੱਲ ਕਹਾਣੀ। ਦੇਖੋ ਬੇਅੰਤ ਸਿੰਘ ਦਾ ਤਾਂ ਆਉਣ ਦਾ ਮਤਲਬ ਹੀ ਨਹੀਂ ਸੀ। ਬੇਅੰਤ ਸਿੰਘ ਕਦੋਂ ਆ ਜਾਂਦਾ? ਜੇ ਉਦੋਂ ਅਸੀਂ ਗੱਲ ਇਹ ਮੰਨ ਲੈਂਦੇ ਤਾਂ ਪੰਜਾਬ ਦੇ ਵਿੱਚ ਅੰਨਾ DMK ਤੇ DMK ਨੂੰ ਦੋ ਪਾਰਟੀਆਂ ਬਣ ਜਾਣੀਆਂ ਸੀ, ਕਾਂਗਰਸ ਨੇ ਬਾਹਰ ਨਿਕਲ ਜਾਣਾ ਸੀ ਜੀ। ਜਿਸ ਤਰ੍ਹਾਂ ਦੋ ਪਾਰਟੀਆਂ 'ਚ ਬਾਦਲ ਗਰੁੱਪ ਬਣ ਜਾਂਦਾ, ਹਾਂ ਜੀ, ਇੱਥੇ ਸਾਡਾ ਹੁੰਦਾ। ਸਿੱਖਾਂ ਦੀਆਂ ਦੋ ਪਾਰਟੀਆਂ ਹੁੰਦੀਆਂ। ਹਾਂ, ਸਿੱਖਾਂ ਦੀਆਂ ਦੋ ਪਾਰਟੀਆਂ, ਜਿਸ ਤਰ੍ਹਾਂ DMK ਤੇ ਅੰਨਾ DMK ਆ, ਉਹ ਦੋ ਪਾਰਟੀਆਂ ਹੁੰਦੀਆਂ ਤੇ ਦੋ ਪਾਰਟੀਆਂ ਉਹਨਾਂ ਨੇ ਰਾਜ ਭਾਜ ਜਿਹੜਾ ਸੀ ਉਹ ਕਰੀ ਜਾਣਾ ਸੀ ਜੀ। ਸੋ ਉਸ ਸਮੇਂ ਜਿਹੜਾ ਸੀਗਾ ਬਹੁਤ ਵਧੀਆ, ਜਿਹੜਾ ਸੀਗਾ ਬਹੁਤ ਵਧੀਆ ਸੀ ਜਿਹੜਾ ਮੌਕਾ ਇੱਕ ਮਤਲਬ ਖੁੰਝਿਆ। ਮੈਂ ਇਤਿਹਾਸਕ ਗਲਤੀਆਂ ਨਹੀਂ, ਇਹ ਗਲਤੀਆਂ ਅਸੀਂ ਸ਼ੁਰੂ ਤੋਂ ਇਤਿਹਾਸ ਦੀਆਂ ਕਰਦੇ ਆਉਣੇ ਆ ਜੀ। ਸ਼ੁਰੂ ਤੋਂ ਹੀ ਅਸੀਂ ਇਸ ਪੱਖ ਦੇ ਵਿੱਚ ਰਹੇ ਹਾਂ। ਤੇ ਬਾਬਾ ਜੋਗਿੰਦਰ ਸਿੰਘ ਕੋਲੋਂ ਉਸ ਸਮੇਂ ਫੈਸਲਾ ਲੈਣ ਦੀ ਤਾਕਤ ਚੱਲੀ ਸੀ, ਉਹ ਤਾਂ ਖੁਸ਼ੀ ਹੋਈ ਸੀ, ਉਹ ਫੈਸਲਾ ਲੈ ਨਹੀਂ ਸਕਦੇ ਸੀ। ਇੱਕ ਗੱਲ ਇਹ ਵੀ ਆਉਂਦੀ ਹੈ ਵਿੱਚ ਸੁਣਿਆ ਵੀ ਸਰਦਾਰ ਮਾਨ ਨੂੰ ਬਗੈਰ ਇਲੈਕਸ਼ਨ ਤੋਂ ਵੀ CM ਬਣਾਉਣ ਦੀ ਤਿਆਰੀ ਹੋ ਗਈ ਸੀਗੀ, ਵੀ ਸਹੁੰ ਚੁਕਾ ਦਿੰਦੇ ਇਹਨਾਂ ਨੂੰ, ਇਸ ਤਰ੍ਹਾਂ ਦੀ ਗੱਲ ਵੀ ਕੋਈ ਆਈ ਸੀਗੀ? ਦੇਖੋ ਮੇਰੇ ਧਿਆਨ 'ਚ ਨਹੀਂ ਇਹ ਆਈ ਜੀ। ਹਾਂ, ਮੇਰੇ ਧਿਆਨ 'ਚ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਉਹ ਸੀ ਕਦੇ ਇਸ ਤਰ੍ਹਾਂ ਸੀਗਾ, ਇਹ ਗੱਲ ਜਿਹੜੀ ਆ ਉਹ ਮੇਰੇ ਧਿਆਨ 'ਚ ਨਹੀਂ ਕਦੇ ਆਈ ਜੀ। ਪਰੰਤੂ ਇਹ ਇੱਕ ਮੈਂ ਸਮਝਦਾ ਕਿ ਸਾਡੇ ਸਿੱਖਾਂ ਦੇ ਵਿੱਚ ਹੁਣ ਤੱਕ ਤਾਂ ਇਹ ਸਪਸ਼ਟ ਹੈ ਕਿ ਜਦੋਂ ਕੋਈ ਚੀਜ਼ ਮਿਲਦੀ ਹੈ ਅਸੀਂ ਲੈਣ ਲਈ ਤਿਆਰ ਨਹੀਂ, ਜਦੋਂ ਉਹ ਚੀਜ਼ ਖੁੱਸ ਜਾਂਦੀ ਹੈ ਉਹਦੇ ਪਿੱਛੇ ਅਸੀਂ ਤੁਰੇ ਫਿਰਦੇ ਹਾਂ ਵੀ ਉਹ ਚੀਜ਼ ਸਾਨੂੰ ਮਿਲਣੀ ਚਾਹੀਦੀ ਹੈ। ਅਸਲੀਅਤ ਦੇ ਵਿੱਚ ਜਿਹੜੀ ਅਸਲੀਅਤ ਇਹੀ ਹੈ ਕਿ ਇਹ ਕਦੇ ਸਿੱਖਾਂ ਨੇ ਜਿਹੜੀ ਚੀਜ਼। ਹਾਂਜੀ, ਇੱਕ ਗੱਲ ਇਹ ਵੀ ਆਉਂਦੀ ਹੈ ਵੀ ਜੇ ਕਹਿੰਦੇ ਮਾਨ ਸਾਹਿਬ ਦੇ ਹਵਾਲਿਆਂ ਨਾਲ ਮੇਰੇ ਕੋਲ ਗੱਲ ਆਈ ਹੈ ਵੀ ਜੇ ਮਾਨ ਸਾਹਿਬ ਉਦੋਂ CM ਜਾਂ ਸਰਕਾਰ ਬਣਾ ਲੈਂਦੇ ਤਾਂ ਫਿਰ ਉਹ ਮਤਲਬ ਜਿਹੜਾ ਕੁਝ ਬੇਅੰਤ ਸਿੰਘ ਨੇ ਉਹਨਾਂ ਤੋਂ ਕਰਵਾਇਆ ਵੀ ਸਰਕਾਰ ਉਹ ਤੁਹਾਤੋਂ ਕਰਵਾਉਂਦੀ, ਉਹੀ ਮੁੰਡਿਆਂ ਨੂੰ ਤੁਹਾਨੂੰ ਮਾਰਨਾ ਪੈਂਦਾ, ਇਸ ਤਰ੍ਹਾਂ ਦੀ ਗੱਲ ਵੀ ਸੀ। ਦੇਖੋ ਜੀ ਮੇਰੀ ਗੱਲ ਸੁਣੋ, ਇਹ ਤਾਂ ਗੱਲ ਜਿਹੜੀ ਹੈ ਮੈਂ ਕਹਾਂ ਵੀ ਇਹ ਤਾਂ ਸੋਚਣਾ ਹੀ ਬੜਾ ਗਲਤ ਹੈ ਬਈ ਉਹ ਸਰਕਾਰ ਕਰਾ ਦਿੰਦੀ। ਉਸ ਸਮੇਂ ਕੱਟਰ ਸਿੱਖ ਸੀ, ਉਹ ਮੁੰਡਿਆਂ ਨੂੰ ਕਿਉਂ ਮਰਵਾਉਣਾ ਸੀ ਉਹਨਾਂ ਨੇ?
ਨਾਲੇ ਉਹ ਮੁੰਡੇ ਕਾਹਦੇ ਲਈ ਉਹ ਟੀਚੇ ਦੇ ਖਾੜਕੂ ਗਰੁੱਪਾਂ ਨਾਲ ਕੋਈ ਤਾਲਮੇਲ ਸੀ ਤੁਹਾਡਾ ਉਦੋਂ ਵੀ ਮਤਲਬ ਇਸ ਤਰ੍ਹਾਂ ਦਾ ਜਿਵੇਂ ਮਾਨ ਸਾਹਿਬ ਕਹਿੰਦੇ ਆ ਵੀ ਉਹ ਤਲਵਾਰ ਵਾਲਾ ਮਾਮਲਾ ਆਇਆ ਸਾਹਮਣੇ ਵੀ ਉਹ ਖਾੜਕੂ ਗਰੁੱਪਾਂ ਦੇ ਦਬਾਅ ਦੇ ਅਧੀਨ ਹੋਇਆ ਜਾਂ ਕੋਈ ਇਸ ਤਰ੍ਹਾਂ ਦਾ ਵੀ ਸੀਗਾ ਉਦੋਂ? ਦੇਖੋ ਜੀ ਮੇਰੀ ਗੱਲ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਖਾੜਕੂ ਜਿਹੜੇ ਗਰੁੱਪ ਸੀ ਜੀ, ਖਾੜਕੂ ਗਰੁੱਪਾਂ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਉਹ ਚਲੇ ਗਏ ਇਸ ਸੰਸਾਰ ਤੋਂ ਜੀ, ਉਹਨਾਂ ਦੇ ਪਿੱਛੋਂ ਕੋਈ ਖਾੜਕੂ ਧੜਿਆਂ ਦਾ ਲੀਡਰ ਨਹੀਂ ਸੀ ਜੀ, ਅੱਡ-ਅੱਡ ਧੜਿਆਂ ਵਿੱਚ ਵੰਡੇ ਹੋਏ ਸੀ, ਇੱਕ ਦੂਜੇ ਨਾਲ ਉਹ ਜਿਹੜੀ ਸੀ ਉਹ ਵੈਰ ਵਿਰੋਧ ਰੱਖਦੇ ਸੀ। ਤੁਹਾਡੇ ਦਾ ਸੰਪਰਕ 'ਚ ਹੋਣਗੇ ਨਾ ਤੁਸੀਂ ਉਹਨਾਂ ਦੇ ਮਤਲਬ ਉਹਨਾਂ ਦੀਆਂ ਉਹਨਾਂ ਖਾੜਕੂ ਗਰੁੱਪਾਂ ਦੇ ਵਿੱਚ ਹੀ ਜਿਹੜੇ ਮੁੰਡੇ ਉਹਨਾਂ ਗਰੁੱਪਾਂ ਦੇ ਫੜੇ ਜਾਂਦੇ ਸੀ, ਉਹਨਾਂ ਦੇ ਕੇਸ ਕੂਸ ਲੜਦੇ ਸੀ ਤੁਸੀਂ, ਤਾਂ ਤੁਹਾਡੇ ਕੋਈ ਤਾਲਮੇਲ 'ਚ ਹੈ ਸੀ ਉਦੋਂ? ਨਹੀਂ, ਮੇਰੇ ਸਾਰੇ ਤਾਲਮੇਲ 'ਚ ਸੀ। ਜਿਹੜੇ ਖਾੜਕੂ ਗਰੁੱਪਾਂ ਨੇ ਇੱਕ ਸਿੱਖ ਵਕੀਲਾਂ ਦੀ ਕਮੇਟੀ ਬਣਾਈ ਜੀ, ਉਹਦਾ ਮੈਨੂੰ ਕਨਵੀਨਰ ਬਣਾਇਆ ਜੀ, ਉਹ ਸਾਰੇ ਖਾੜਕੂ ਗਰੁੱਪਾਂ ਨੇ ਰਜਾਮੰਦੀ ਨਾਲ ਸੀ। ਲਗਭਗ ਸਾਰੇ ਖਾੜਕੂ ਗਰੁੱਪ ਮੇਰੇ ਸੰਪਰਕ ਦੇ ਵਿੱਚ ਸੀ। ਉਹ ਚਾਹੁੰਦੇ ਸੀਗੇ ਵੀ ਨਾ ਸਰਕਾਰ ਦਾ ਹਿੱਸਾ ਬਣਿਆ ਜਾਵੇ ਖਾੜਕੂ ਗਰੁੱਪ, ਮਤਲਬ ਤੁਹਾਨੂੰ ਕੋਈ ਤੁਹਾਡੇ ਤੇ ਕੋਈ ਦਬਾਅ ਪਾਇਆ ਉਹਨਾਂ ਨੇ? ਨਹੀਂ, ਦੇਖੋ ਦਬਾਅ ਪਾਉਣ ਦੀ ਗੱਲ ਇਹ ਹੈ ਕਿ ਜਦੋਂ ਸਾਡਾ ਜਲੂਸ ਨਿਕਲ ਰਿਹਾ ਸੀ ਜੀ, ਜੇਤੂ ਜਲੂਸ ਜੀ, ਇਹ ਜਲੂਸ ਬਡਰੁੱਖੇ ਪਹੁੰਚਿਆ ਜੀ, ਜਦੋਂ ਮੈਂ MP ਬਣਿਆ ਜੀ, ਉਦੋਂ ਹੀ ਮੈਨੂੰ ਇੱਕ ਸਿੰਘ ਆਇਆ ਤੇ ਕਿਹਾ ਵੀ ਤੁਹਾਡੇ ਨਾਲ ਕਈ ਸਿੰਘ ਉਧਰ ਨੇ, ਖਾੜਕੂ ਸਿੰਘ ਉਹ ਦਰਖਤਾਂ ਦੇ ਪਿੱਛੇ ਗੱਲ ਕਰਨੀ ਚਾਹੁੰਦੇ ਜੀ। ਉਹਨਾਂ ਨੇ ਗੱਲ ਕਰਕੇ ਉੱਥੇ ਕਿਹਾ ਕਿ ਜਿਹੜੇ ਹੈਗੇ ਆ ਤੁਸੀਂ ਸਹੁੰ ਚੱਕੋ, ਸਹੁੰ ਚੱਕੋ। ਖਾੜਕੂ ਗਰੁੱਪ ਚਾਹੁੰਦੇ ਆ ਵੀ ਇਹ ਲੜਾਈ ਲੜੀ ਜਾਵੇ ਤੇ ਸਹੁੰ ਚੱਕੀ ਜਾਵੇ ਤੇ ਤੁਸੀਂ ਵੀ ਉੱਥੇ ਜਿਹੜਾ ਹੈਗਾ ਉਹ ਬਾਈਕਾਟ ਕਰੋ ਜੀ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਬਾਬਾ ਜੋਗਿੰਦਰ ਸਿੰਘ ਦੇ ਅਕਾਲੀ ਦਲ ਜਿਹੜਾ ਉਹਦੇ ਪ੍ਰਧਾਨ ਨੇ ਉਦੋਂ ਜੇ ਉਹ ਵਰਕਿੰਗ ਕਮੇਟੀ ਕਹੂਗੀ ਜੀ ਮੈਂ ਉਹ ਹੁਕਮ ਮੰਨਣਾ, ਮੈਂ ਦਲੇਰੀ ਨਾਲ ਜਵਾਬ ਦੇ ਸਕਦਾ ਜੀ। ਮੈਂ ਇੱਕ ਅਲੱਗਾ ਇਕਾਈ ਨਹੀਂ ਹਾਂ ਜਿਹੜਾ ਪਾਰਟੀ ਤੋਂ ਇਲਾਵਾ ਵੀ ਕੋਈ ਮੈਂ ਆਪਦੇ ਫੈਸਲੇ ਕਰ ਲੂੰਗਾ ਕਿ ਮੈਂ ਸਹੁੰ ਚੱਕਣੀ ਆ ਜਾਂ ਨਹੀਂ ਚੱਕਣੀ। ਬਾਬਾ ਜੋਗਿੰਦਰ ਸਿੰਘ ਸਾਡੇ ਬਹਾਦਰ ਨੇਤਾ ਨੇ ਤੇ ਜਿਵੇਂ ਉਹ ਵਰਕਿੰਗ ਕਮੇਟੀ ਕਹੂਗੀ ਮੈਂ ਕਰੂੰ। ਮੈਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ। ਪਹਿਲਾਂ ਤੁਸੀਂ ਇੱਕ ਇਕਤਾ ਕਰਕੇ ਇੱਕ ਖਾੜਕੂ ਧੜਾ ਬਣਾਓ ਜੀ। ਖਾੜਕੂ ਧੜਾ ਕਰਕੇ ਜਿਹੜਾ ਹੈਗਾ ਤੁਸੀਂ ਕੋਈ ਜਲਾਵਤਨ ਸਰਕਾਰ ਬਣਾ ਸਕਦੇ ਹੋ। ਮੈਂ ਉਹਨਾਂ ਨੂੰ ਕਿਹਾ ਜੀ ਤੇ ਜਿੱਥੇ ਵੀ ਇਹ ਹੁੰਦਾ ਪਹਿਲਾਂ ਜਲਾਵਤਨ ਸਰਕਾਰ ਬਣਦੀ ਹੈ ਜੀ। ਜਲਾਵਤਨ ਸਰਕਾਰ ਦਾ ਇੱਕ ਪ੍ਰਧਾਨ ਮੰਤਰੀ ਹੁੰਦਾ ਜੀ, ਇੱਕ ਰਾਸ਼ਟਰਪਤੀ ਹੁੰਦਾ ਜੀ ਤੇ ਤੁਸੀਂ ਜਲਾਵਤਨ ਸਰਕਾਰ ਬਣਾ ਕੇ ਹੀ ਕਿਸੇ ਨੂੰ ਕਹਿ ਸਕਦੇ ਹੋ, ਰਾਏ ਦੇ ਸਕਦੇ ਹੋ ਸੋਹਣਾ ਚੱਟੋ ਤੂੰ ਹੀ ਲੜਾਈ 'ਚ ਹਜ਼ਾਰਾਂ ਬੰਦੇ ਉਹਦੇ 'ਚ ਸ਼ਹੀਦ ਕਰਾਏ ਜਾਣ, ਉਹ ਤੂੰ ਗੱਲ ਨਹੀਂ ਬਣਦੀ। ਤੁਹਾਡੇ ਕੋਲੇ ਫੋਰਸ ਨਹੀਂ ਹੈ ਕਿ ਤੁਸੀਂ ਫੌਜ ਨਾਲ ਜਾਂ ਪੁਲਿਸ ਨਾਲ ਸਿੱਧੇ ਲੜ ਸਕੋ। ਉਹ ਕਹਿੰਦੇ ਫਿਰ ਸਾਨੂੰ ਇਹ ਜਲਾਵਤਨ ਸਰਕਾਰ ਬਣਾਉਣ ਲਈ 15 ਦਿਨ ਦਾ ਸਮਾਂ ਦਿਓ ਜੀ। ਇਹ ਜਲੂਸ ਜਿਹੜਾ ਨਿਕਲ ਰਿਹਾ ਸੀ ਇਹ 28 ਤਰੀਕ ਨੂੰ ਨਿਕਲ ਰਿਹਾ ਸੀ ਜੀ ਤੇ ਮੈਂ ਕਿਹਾ ਠੀਕ ਹੈ 15 ਦਿਨ ਮੈਂ ਸਹੁੰ ਨਹੀਂ ਚੱਕਦਾ ਜੀ। ਮੈਂ 21 ਦਸੰਬਰ ਨੂੰ ਚੱਕੀ ਸੀ ਜੀ, ਇੰਤਜ਼ਾਰ ਕੀਤਾ ਜੀ। ਉਹ ਤੋਂ ਬਾਅਦ ਫਿਰ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਥਾਂ ਬਰ ਥਾਂ ਮੈਨੂੰ ਮਿਲਦੇ ਰਹੇ। ਕਹਿੰਦੇ ਜੀ ਤੁਸੀਂ ਤਾਂ ਸਾਡੇ 'ਚ ਕਲੇਸ਼ ਪਵਾਤਾ ਸਟੋਂ ਹੋਰ। ਮੈਂ ਕਿਹਾ ਕਿਸ ਗੱਲ ਦਾ, ਮੈਂ ਕਾਹਦਾ ਕਲੇਸ਼ ਪਵਾਤਾ? ਉਹ ਕਹਿੰਦੇ ਕਲੇਸ਼ ਇਹ ਪਵਾਤਾ ਵੀ ਤੁਸੀਂ ਕਹਿਤਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਹ ਤਾਂ ਸਾਡੇ ਬੰਦੇ ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਆ। ਉਹ ਕਹਿੰਦਾ ਤੂੰ ਪ੍ਰਧਾਨ ਮੰਤਰੀ ਬਣਦਾ, ਉਹ ਕਹਿੰਦਾ ਤੂੰ ਰਾਸ਼ਟਰਪਤੀ ਬਣਦਾ। ਫਿਰ ਜਦੋਂ ਤੁਸੀਂ ਜਲਾਵਤਨ ਸਰਕਾਰ ਨਹੀਂ ਬਣਾ ਸਕਦੇ ਤੁਸੀਂ ਦੂਜੇ ਨੂੰ ਕੀ ਕਹੋਗੇ? ਤੁਸੀਂ ਦੂਜੇ ਨੂੰ ਕਹਿਣ ਦਾ ਤਾਂ ਜਲਾਵਤਨ ਸਰਕਾਰ ਬਣਾਓਗੇ ਤਾਂ ਹੀ ਤੁਹਾਡਾ ਪਤਾ ਲੱਗੂ ਜੀ। ਮੈਂ ਤੁਹਾਨੂੰ ਉੱਦਾਂ ਵਿਸ਼ਵਾਸ ਦਿਵਾਇਆ ਸੀ ਵੀ ਮੈਂ ਬਾਬਾ ਜੀ ਦੇ ਹੁਕਮ ਦੇ ਬਾਹਰ ਨਹੀਂ ਜਾ ਸਕਦਾ, ਪਰ ਜੇ ਤੁਸੀਂ ਬਣਾ ਸਕਦੇ ਹੋ ਜਲਾਵਤਨ ਸਰਕਾਰ ਮੈਂ ਤਿਆਰ ਹਾਂ ਜੀ। ਮੈਂ ਮੰਨ ਲੂੰਗਾ, ਮੈਂ ਮਾਨਤਾ ਦੇ ਦੂੰ ਬਤੌਰ MP ਵੀ ਤੁਹਾਡੀ ਜਲਾਵਤਨ ਸਰਕਾਰ ਹੈ ਜਿਹੜੀ ਇਹ ਅਸਲੀ ਸਰਕਾਰ ਹੈ। ਕਿਉਂਕਿ ਖਾਲਸੇ ਦੀ ਇਤਿਹਾਸ ਰਿਹਾ ਹੈ, ਖਾਲਸੇ ਦੀ ਹਿਸਟਰੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜਿਹੜਾ ਜੋਤੀ ਜੋਤ ਸਮਾਉਣ ਦੇ ਪਿੱਛੋਂ ਜਦੋਂ ਸੱਚਖੰਡ ਉਹਨਾਂ ਨੇ ਪਿਆਨਾ ਕਰ ਲਿਆ ਉਸ ਦੇ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਮਿਸਲਾਂ ਇਕੱਠੀਆਂ ਨਹੀਂ ਹੋਈਆਂ, ਉਹ ਲੜ ਕੇ ਫੈਸਲਾ ਹੋਇਆ। ਉਹ ਕੋਈ ਮਹਾਰਾਜਾ ਰਣਜੀਤ ਸਿੰਘ ਨਾਲ ਸਰਬਸੰਮਤੀ ਨਹੀਂ ਸੀ, ਪੂਰੀ ਲੜਾਈ ਲੜੀ। ਬਲਕਿ ਜਿਹੜੇ ਇਲਾਕੇ ਵਿੱਚ ਅਸੀਂ ਬੈਠੇ ਹਾਂ ਪਟਿਆਲਾ, ਨਾਭਾ, ਫਰੀਦਕੋਟ ਤੇ ਜੀਂਦ ਰਿਆਸਤਾਂ ਜਿਹੜੀਆਂ ਇਹ ਸਿੱਖ ਰਿਆਸਤਾਂ ਸੀਗੀਆਂ ਅੰਗਰੇਜ਼ਾਂ ਨਾਲ ਹੋ ਗਈਆਂ ਸੀ। ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਦਾ ਵਿਰੋਧ ਕੀਤਾ। ਉਹਨਾਂ ਨੂੰ ਕਿਹਾ ਕਿ ਤੁਸੀਂ ਸਤਲੁਜ ਤੋਂ ਪਾਰ ਨਹੀਂ ਹੋ ਸਕਦੇ ਤੇ ਉਹ ਖਾਲਿਸਤਾਨ ਤਾਂ ਜਿਹੜਾ ਉਦੋਂ ਬਣਿਆ ਹੋਇਆ ਸੀ ਤੁਸੀਂ ਲਿੱਤਾ ਨਹੀਂ। ਤੁਹਾਡੀ ਆਪਦਿਆਂ ਨਾਲ ਇਹ ਲੜਾਈ ਸੀ ਜੀ, ਤੁਹਾਡੀ ਆਪਦੇ ਬੰਦੇ ਹੀ ਉੱਧਰ ਮਿਲੇ ਹੋਏ ਸੀ। ਇਹ ਇੱਥੋਂ ਸਭ ਤੋਂ ਵੱਡੀ ਗਿਣਤੀ ਸਾਡੇ ਇਲਾਕੇ 'ਚ ਸੀ ਸਿੱਖਾਂ ਦੀ ਤੇ ਫਿਰ ਉਦੋਂ ਕੋਈ ਫੈਸਲਾ ਨਹੀਂ ਲੈ ਸਕੇ।
ਤੇ ਫਿਰ ਜਦੋਂ ਮੈਂ ਜਲਾਵਤਨ ਸਰਕਾਰ ਕਿਹਾ ਇਤਿਹਾਸ ਦੇ ਵਿੱਚ ਇਹ ਬਣਾ ਨਹੀਂ ਸਕੇ, ਇਹ ਤਾਂ ਮਰਨ ਮਰਾਉਣ ਨੂੰ ਤਿਆਰ ਹੋ ਗਏ। ਤੇ ਜਦੋਂ ਇਹੀ ਜੀ ਗੱਲ ਇਹ ਕਰਤੀ, ਮੈਂ ਕਿਹਾ ਫਿਰ ਜੇ ਖਾਲਿਸਤਾਨ ਜਿਹਾ ਜਿਹਾ ਖਾਲਿਸਤਾਨ ਤੁਸੀਂ ਮੰਨਦੇ ਹੋ, ਜੇ ਉਹ 8 ਵਜੇ ਖਾਲਿਸਤਾਨ ਬਣ ਗਿਆ 11 ਵਜੇ ਤੱਕ ਆਪਾਂ ਸਾਰੇ ਮਾਰੇ ਜਾਵਾਂਗੇ, ਹੋਰ ਵੱਜ ਜਾਣਗੇ, ਆਪਾਂ ਹੀ ਮਾਰੇ ਜਾਵਾਂਗੇ। ਮੈਂ ਗੱਲ ਅੱਜ ਮਤਲਬ ਮੂਹਰੇ ਕਹਿਣ ਨੂੰ ਵੀ ਤਿਆਰ ਹੈ, ਇਹ ਲੁੱਟਵੀਂ ਗੱਲ ਨਹੀਂ ਹੈ। ਮੈਂ ਉਹਨਾਂ ਦੇ ਖਾੜਕੂਆਂ ਨੂੰ ਸਾਰਿਆਂ ਨੂੰ ਕਿਹਾ ਕਿ ਇਹ ਤਾਂ ਆਪਣੀ ਬਰਬਾਦੀ ਹੈ, ਆਪਾਂ ਤਾਂ ਕੁਝ ਵੀ ਨਹੀਂ ਬਣਾ ਸਕਦੇ, ਨਾ ਪ੍ਰਧਾਨ ਮੰਤਰੀ ਨਾ ਹੋਰ। ਫਿਰ ਇਹ ਗੱਲਾਂ ਕਰਨ ਦਾ ਫਾਇਦਾ ਕੀ ਹੈ? ਜੇ ਅਸੀਂ ਹਿੰਦੁਸਤਾਨ ਦੇ, ਜੇ ਤੁਸੀਂ ਸੰਵਿਧਾਨ ਦੀ ਸਹੁੰ ਕਹਿੰਦੇ ਹੋ ਵੀ ਸਹੁੰ ਨਾ ਖਾਓ, ਤੇ ਸਹੁੰ ਤਾਂ ਮੈਂ ਵੀ ਹੋਰ ਸਾਰਿਆਂ ਨੇ ਡੀਸੀ ਸਾਹਮਣੇ ਖਾ ਲਈ। ਜਿਸ ਦਿਨ ਅਸੀਂ ਕਾਗਜ਼ ਭਰੇ, ਸਹੁੰ ਤਾਂ ਉਦੋਂ ਹੀ ਖਾਣੀ ਪੈਂਦੀ ਹੈ ਕਿ ਮੈਂ ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਵਿੱਚ ਪੂਰਾ ਯਕੀਨ ਰੱਖਦਾ ਹਾਂ। ਉਹ ਤੋਂ ਬਿਨਾਂ ਕੋਈ ਜਿਹੜਾ ਹੈ ਚੋਣੇ ਨਹੀਂ ਲੜ ਸਕਦਾ। ਉਹ ਤਾਂ ਅਸੀਂ ਖਾਧੀ ਹੋਈ ਹੈ। ਜੇ ਹੁਣ ਦੂਜੇ ਵਾਰੀ ਅਸੀਂ ਕਹਾਂਗੇ ਜੀ ਅਸੀਂ ਖਾਂਦੇ ਨਹੀਂ ਹਾਂ, ਫਿਰ ਉਦੋਂ ਕਿਉਂ ਖਾਧੀ ਸੀ? ਉਹ ਉਦੋਂ ਸਹੁੰ ਕਿਉਂ ਚੱਕੀ ਸੀ? ਦੂਜੇ ਵਾਰੀ ਖਾਣ ਨਾਲ ਤਾਂ ਤੁਸੀਂ ਸਮਝਿਆ ਤਾਂ ਪਹਿਲਾਂ ਹੀ ਨਾ ਅਸੀਂ ਉਸ ਸਹੁੰ ਨੂੰ ਕਰੀਏ। ਤੁਸੀਂ ਇਹ ਜਵਾਬ ਦਿਓ ਕਿ ਤੁਸੀਂ ਆਪਦਾ ਰਾਜ ਭਾਗ ਕਿਉਂ ਨਹੀਂ ਲੈ ਸਕਦੇ? ਤੁਸੀਂ ਪੰਜਾਬ ਦੇ ਵਿੱਚ ਰਾਜ ਭਾਗ ਕਿਉਂ ਨਹੀਂ? ਤੁਸੀਂ ਹਜ਼ਾਰਾਂ ਬੰਦਿਆਂ ਨੂੰ ਸ਼ਹੀਦ ਕਰਾਉਣ ਦੀ ਗੱਲ ਬਣਾ ਰਹੇ ਹੋ, ਪਰੰਤੂ ਪੰਜਾਬ ਦਾ ਰਾਜ ਭਾਗ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ। ਜਾਂਦੇ ਇੱਕ ਗੱਲ ਹੋਰ ਛੋਟੀ ਜੀ ਸੋਲੋ ਮੈਂ ਕਹਿਣਾ, ਜਿਨ੍ਹਾਂ ਨੇ ਸਹੁੰ ਚੱਕ ਲਈ ਤੇ ਜਿਨ੍ਹਾਂ ਨੇ ਨਾ ਚੱਕ ਲਈ, ਜਿਹੜਾ ਕੋਈ ਸਰਕਾਰ ਵੱਲੋਂ ਬੈਨੀਫਿਟ ਆ ਉਹ ਸਾਰੇ ਲੈ ਰਹੇ ਨੇ। ਹੁਣ ਜਿਹੜੀਆਂ ਪੈਨਸ਼ਨਾਂ ਵਗੈਰਾ ਆਉਂਦੀਆਂ ਨੇ, ਜਿਸ ਤਰ੍ਹਾਂ ਤੁਹਾਨੂੰ, ਤੁਸੀਂ ਤਾਂ ਸਹੁੰ ਚੱਕ ਲਈ, ਤੁਹਾਨੂੰ ਤਾਂ ਮਿਲਦੀ ਹੋਣੀ ਹੈ, ਜਿਨ੍ਹਾਂ ਨੇ ਨਹੀਂ ਚੱਕੀ ਉਹਨਾਂ ਨੂੰ ਵੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ? ਉਹ ਦੇਖੋ ਪੈਨਸ਼ਨਾਂ ਜਿਹੜੀਆਂ ਹੈਗੀਆਂ ਉਹ ਸਾਰਿਆਂ ਨੂੰ ਮਿਲ ਰਹੀਆਂ, ਭਾਵੇਂ ਸਹੁੰ ਚੱਕੀ ਹੈ ਭਾਵੇਂ ਨਹੀਂ ਚੱਕੀ, ਪਰੰਤੂ ਮੈਂ ਨਹੀਂ ਲੈ ਰਿਹਾ। ਮੈਂ ਉਹ ਕਿਹਾ ਨਹੀਂ ਸੀ, ਮੈਂ ਉਹ ਜਿਹੜੀ ਪੈਨਸ਼ਨ ਹੈ ਉਹਦੇ ਫਾਰਮ ਭਰ ਕੇ ਭੇਜੇ ਨਹੀਂ, ਇਹਦੇ ਲਈ ਮੈਨੂੰ ਨਹੀਂ ਪੈਨਸ਼ਨ ਮਿਲ ਰਹੀ ਇਕੱਲੇ ਨੂੰ। ਤੁਸੀਂ ਪੈਨਸ਼ਨ ਨਹੀਂ ਲੈ ਰਹੇ? ਹਾਂ, ਬਾਕੀ ਸਾਰੇ ਲੈ ਰਹੇ। ਬਾਕੀ ਸਾਰੇ ਲੈ ਰਹੇ ਆ, ਮੈਂ ਪੈਨਸ਼ਨ ਨਹੀਂ ਲੈ ਰਿਹਾ। ਉਹ ਇਹ ਨਹੀਂ ਹੈ ਵੀ ਕੋਈ ਟੈਕਨੀਕਲ ਰੁਕਾਵਟ ਹੈ ਨੇ, ਉਹ ਜਿੰਨੇ ਵੀ ਹੈਗੇ ਆ ਉਹ ਭਾਵੇਂ ਸਹੁੰ ਚੱਕੀ ਭਾਵੇਂ ਨਹੀਂ ਚੱਕੀ, ਉਹ ਸਾਰੇ ਪੈਨਸ਼ਨ ਲੈ ਰਹੇ ਆ। ਜਿਨ੍ਹਾਂ ਨੇ ਸਹੁੰ ਚੱਕੀ ਜਿਹੜੇ ਹੈਗੇ ਆ ਉਹ ਵੀ ਪੈਨਸ਼ਨ ਲੈ ਰਹੇ। ਸੋ ਜਦੋਂ ਸਾਡੇ ਹੱਥ ਤਾਕਤ ਆਈ, ਅਸੀਂ ਦੇਸ਼ ਦੇ ਇੰਨੇ ਵੱਡੇ ਅਹੁਦਿਆਂ 'ਤੇ ਆ ਰਹੇ ਸੀ, ਉਦੋਂ ਅਸੀਂ ਨਾ ਕਰਤੀ, ਉਹਦੇ ਬਦਲੇ ਕੁਛ ਨਹੀਂ ਲਿੱਤਾ। ਜਿਹੜੇ ਹੁਣ ਵੀ ਇਹ ਕਹਿੰਦੇ ਨੇ ਵੀ ਖਾੜਕੂ ਜਿਹੜੇ ਆ KPS ਗਿੱਲ ਨੇ ਖਤਮ ਕਰਤੇ ਜਾਂ ਪੁਲਿਸ ਨੇ ਖਤਮ ਕਰਤੇ ਜਾਂ ਰਵੇਰੋਂ ਨੇ, ਬਿਲਕੁਲ ਝੂਠ ਹੈ। ਇਹ ਆਪਸ ਦੇ ਵਿੱਚ ਇੱਕ ਦੂਜੇ ਦੇ ਮਾਰੇ ਹੈ, ਇਹਨਾਂ ਨਹੀਂ ਮਾਰੇ, ਉਹਨਾਂ ਨੇ ਕੋਈ ਖਤਮ ਨਹੀਂ ਕੀਤੇ, ਨਾ ਉਹਨਾਂ 'ਚ ਸਮਰੱਥਾ ਸੀ ਖਤਮ ਕਰਨ ਦੀ, ਨਾ ਉਹ ਕਰ ਸਕਦੇ ਸੀ। ਉਹ ਤਾਂ ਸਿਰਫ ਕ੍ਰੈਡਿਟ ਲੈ ਗਏ। ਇਹ ਸਾਡੀਆਂ ਗਲਤੀਆਂ ਨੇ ਕਿ ਅਸੀਂ ਉਹ ਜਿਹੜਾ ਇੱਕ ਇਹੋ ਜਿਹਾ ਆਪਣਾ ਮੌਕਾ, ਜਿਹੜਾ ਸੁਨਹਿਰੀ ਮੌਕਾ ਜਿਹੜਾ ਉਹ ਗਵਾਤਾ, ਜਿੱਥੇ ਸਾਡੀ ਹਕੂਮਤ ਆਉਂਦੀ ਸੀ ਤੇ ਖਾਲਸਾ ਹਕੂਮਤ ਲਈ ਪੈਦਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਿੱਤਰ ਨਾਟਕ 'ਚ ਵੀ ਲਿਖਿਆ, ਦਸਮ ਗ੍ਰੰਥੀ 'ਚ ਵੀ ਲਿਖਿਆ, ਤੇ ਰਾਜ ਬਿਨਾ ਨਾ ਧਰਮ ਚਲੇ ਹੈ। ਉਹ ਰਾਜ ਅਸੀਂ ਜਿਹੜੇ ਹੈਗੇ ਆ ਉਹ ਚੱਲਦੇ ਰਹੇ ਇਸ ਲਈ ਕਿ ਅਸੀਂ ਉਹ ਸਹਿਮਤ ਨਹੀਂ ਹੁੰਦੇ ਸੀ ਵੀ ਕਿਹੜਾ ਬੰਦਾ ਸਾਡੀ ਅਗਵਾਈ ਕਰੂਗਾ। ਉਹ ਸਾਡੀ ਕਮਜ਼ੋਰੀ ਸੀ, ਅਸੀਂ ਉਹ ਦੂਜਿਆਂ ਦੇ ਸਿਰ 'ਤੇ ਮੜ੍ਹਦੇ ਰਹੇ। ਅਸੀਂ ਕੁਛ ਨਹੀਂ ਲਿੱਤਾ। ਅਸੀਂ ਲੋਕਾਂ ਨੇ ਜਦੋਂ ਸਾਨੂੰ ਇੰਨਾ ਵੱਡਾ ਫਤਵਾ ਦਿੱਤਾ, ਸਿੱਖ ਸੰਗਤ ਨੇ ਉਹ ਫਤਵਾ ਦਿੱਤਾ, ਉਹ ਫਤਵੇ ਨੂੰ ਅਸੀਂ ਨਕਾਰਤਾ। ਇਸ ਜਿਹੜੀ ਸੀ ਆ ਸਿਆਸਤ ਦੇ ਵਿੱਚ ਨਕਾਰਤਾ ਕਿ ਮੇਰੇ ਨਾਂ 'ਤੇ ਸਹਿਮਤੀ ਨਹੀਂ ਹੁੰਦੀ। ਇੱਕ ਬੰਦਾ ਕਹਿੰਦਾ ਮੇਰੇ ਨਾਂ 'ਤੇ ਨਹੀਂ ਹੁੰਦੀ, ਦੂਜਾ ਕਹਿੰਦਾ ਮੇਰੇ ਨਾਂ 'ਤੇ ਨਹੀਂ ਹੁੰਦੀ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਂ 'ਤੇ ਸਹਿਮਤੀ ਹੋ ਗਈ, ਉਹ ਸਹਿਮਤੀ ਦਾ ਵੀ ਕੋਈ ਫਾਇਦਾ ਨਹੀਂ ਲੈ ਸਕਦਾ। ਬਿਲਕੁਲ ਜੀ। ਅੱਜ ਜਿਸ ਤਰ੍ਹਾਂ ਰਾਜਦੇਵ ਸਿੰਘ ਖਾਲਸਾ ਜੀ ਨੇ ਬਹੁਤ ਸਾਰੀਆਂ ਪਰਤਾਂ ਖੋਲ੍ਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜਿੰਨਾ ਇਹਨਾਂ ਦੀ ਅੱਜ ਗੱਲਬਾਤ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪੰਥ ਦੇ ਵਿੱਚ ਇਸ 'ਤੇ ਵਿਚਾਰ ਵਟਾਂਦਰਾ ਜ਼ਰੂਰ ਹੁੰਦਾ ਰਹੂਗਾ, ਕਿਉਂਕਿ ਇੱਥੇ ਵੀ ਗੱਲ ਹੋਈ ਹੈ ਵੀ ਸ਼ਾਹ ਮੁਹੰਮਦ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਕੇ, ਨੇੜੇ ਪਹੁੰਚ ਕੇ, ਸਿਰਫ ਇੱਕ ਇਤਫਾਕ ਦੇ ਵਜੋਂ ਜਾਂ ਇੱਕ ਸਿਆਣਪ ਦੇ ਵਜੋਂ ਵਾਪਸ ਆ ਗਏ, ਜਿਹਦਾ ਪੰਜਾਬ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ। ਇਹ ਇਤਿਹਾਸਕ ਸੱਚਾਈ ਹੈ ਜਿਹਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ਤੁਸੀਂ ਟਾਈਮ ਕੱਢਿਆ ਜੀ, ਬੜੀਆਂ ਗੱਲਾਂ ਜਿਹੜੀਆਂ ਬੇਬਾਕ ਗੱਲਾਂ ਤੁਸੀਂ ਕੀਤੀਆਂ ਨੇ, ਤੇ ਇਤਿਹਾਸ ਦੇ ਉਸ ਇੱਕ ਚੈਪਟਰ ਦੇ ਸਾਨੂੰ ਦਰਸ਼ਨ ਕਰਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ